ਜੀ ਰੇਡੀਓ ਲੋਹਗੜ੍ਹ ਸੁਣ ਰਹੇ ਸਮੂਹ ਸਰੋਤਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਹਫ਼ਤੇ ਦੀ ਤਰ੍ਹਾਂ ਅਸੀਂ ਆਪ ਜੀ ਦੇ ਨਾਲ ਪ੍ਰੋਗਰਾਮ ਸਮੀਖਿਆ ਲੈ ਕੇ ਹਾਜ਼ਰ ਹਾਂ ਜੀ। ਸਵਾਗਤ ਹੈ ਸਾਰੇ ਸਰੋਤਿਆਂ ਦਾ। ਮੈਂ ਤੇ ਮੇਰੇ ਨਾਲ ਵੀਰ ਵਰਪਾਲ ਸਿੰਘ ਜੀ ਹਾਜ਼ਰ ਨੇ। ਸੋ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਹਰ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਪੰਥਕ ਮੁੱਦਿਆਂ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਦੇ ਵੱਲ ਆਪ ਜੀ ਦਾ ਧਿਆਨ ਦਿਵਾਉਂਦੇ ਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਦੋ ਵਿਸ਼ਿਆਂ ਦੇ ਉੱਤੇ ਜਿਹੜੀ ਗੱਲ ਹੈ ਉਹ ਕਰਨੀ ਹੈ। ਇੱਕ ਤਾਂ ਜਿਹੜਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ। ਹਾਂਜੀ, ਵੈਸੇ ਤਾਂ ਉਹ ਆਏ ਦਿਨ ਕੋਈ ਨਾ ਕੋਈ ਜਿਹੜੀ ਘਟੀਆ ਆਪਣੀ ਹਰਕਤ ਦੇ ਰਾਹੀਂ ਆਪਣੀ ਜਿਹੜੀ ਜ਼ਹਿਨੀਅਤ ਹੈ ਉਸ ਨੂੰ ਦਾ ਜਿਹੜਾ ਮੁਜ਼ਾਹਰਾ ਉਹ ਕਰਦਾ ਰਹਿੰਦਾ, ਪਰ ਪਿਛਲੇ ਦਿਨੀ ਫਿਰ ਉਸਨੇ ਇੱਕ ਇੱਦਾਂ ਅਜਿਹਾ ਬਿਆਨ ਦਿੱਤਾ ਕਿ ਉਸ ਦੇ ਬਾਬਤ ਆਪਾਂ ਗੱਲ ਕਰਾਂਗੇ। ਅਤੇ ਦੂਜਾ ਜਿਹੜਾ ਨਵੇਂ ਅਪਗ੍ਰੇਡ ਹੋਏ ਜਿਹੜਾ ਬਜ਼ੁਰਗ ਪ੍ਰਚਾਰਕ ਇੰਦਰ ਸਿੰਘ ਘੱਗਾ, ਉਹ ਵੀ ਆਏ ਦਿਨ ਕੋਈ ਨਾ ਕੋਈ ਜਿਹੜੀ ਕਿਸ਼ੋਰਲੀ ਛੱਡ ਕੇ ਜਾਂ ਤਾਂ ਖੈਰ ਉਹਨੂੰ ਵੀ ਪਤਾ ਲੱਗ ਗਿਆ ਕਿ ਕੋਈ ਨਾ ਕੋਈ ਨਵਾਂ ਜਿਹੜਾ ਵਿਵਾਦ ਛੇੜ ਕੇ ਕਿ ਕਿਵੇਂ ਸੁਰਖੀਆਂ 'ਚ ਰਿਹਾ ਜਾਣਾ। ਅਤੇ ਜਦੋਂ ਬੰਦੇ ਨੂੰ ਜੇ YouTube ਦੇ ਵਿਊ ਬਣਦੇ ਆ ਉਹ ਵੀ ਕੋਈ ਨਾ ਕੋਈ ਜਿਹੜਾ ਝੱਲ ਆ ਉਹ ਆਏ ਦਿਨ ਖਿਲਾਰਦਾ। ਤਾਂ ਹੁਣ ਉਹ ਜਿਹੜੇ ਉਹਨੇ ਅਰਦਾਸ ਨੂੰ ਅਤੇ ਕਸਮ ਨੂੰ ਉਹਨੇ ਰਲ ਗੱਡ ਕਰਕੇ ਜਿਹੜਾ ਉਹਨੇ ਕੋਈ ਜਿਹੜੀ ਵੀਡੀਓ ਉਹਦੀ ਸਾਹਮਣੇ ਆਈ ਹੈ ਅਤੇ ਉਹਦੇ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਮਨਜਿੰਦਰ ਸਿਰਸਾ। ਮਨਜਿੰਦਰ ਸਿਰਸਾ ਭਾਜਪਾ ਦਾ ਸਾਰਿਆਂ ਨੂੰ ਪਤਾ ਕਿ ਪੱਕਾ ਉਹਨਾਂ ਦਾ ਜਿਹੜਾ ਉਹ ਮੈਂਬਰ ਹੈ। ਇਸ ਕਰਕੇ ਉਹਦੀ ਜਿਹੜੀ ਮੁੱਢਲੀ ਵਫਾਦਾਰੀ ਆ ਉਹ ਭਾਜਪਾ ਦੇ ਨਾਲ ਹੈ। ਹੁਣ ਤੱਕ ਦੀ ਉਹਦੀਆਂ ਸਾਰੀਆਂ ਕਰਤੂਤਾਂ ਅਤੇ ਉਹਦੀਆਂ ਸਾਰੀਆਂ ਗਤੀਵਿਧੀਆਂ ਤੋਂ ਇਹ ਸਿੱਧ ਹੋ ਚੁੱਕਿਆ। ਪਰ ਫਿਰ ਵੀ ਜਿਵੇਂ ਆਪਾਂ ਨੂੰ ਪਤਾ ਕਿ ਬਾਦਲ ਵੀ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਕਰਿੰਦਿਆਂ ਵਜੋਂ ਕੰਮ ਕਰਦੇ ਨੇ ਅਤੇ ਸਿੱਖੀ ਦੇ ਜੜ੍ਹਾਂ ਦੇ ਵਿੱਚ ਤੇਲ ਦੇਣ ਦੀ ਕੋਈ ਕਸਰ ਇਸ ਕੁਣਮੇ ਨੇ ਜਿਹੜੀ ਆ ਉਹ ਨਹੀਂ ਛੱਡੀ। ਤਾਂ ਇਹ ਉਹਨਾਂ ਨੂੰ ਜਥੇਦਾਰ, ਤੁਸੀਂ ਦੱਸੋ ਵੀ ਮਨਜਿੰਦਰ ਸਿੰਘ ਦੀ ਸ਼ਕਲ ਦੇਖ ਕੇ ਉਹਨੂੰ ਕੋਈ ਜਥੇਦਾਰ ਕਹੂਗਾ? ਅਤੇ ਉਹਨੂੰ ਜਥੇਦਾਰ ਮਨਜਿੰਦਰ ਸਿੰਘ ਸਿਰਸਾ, ਯਾਨੀ ਆਏ ਦਿਨ ਸਿੱਖਾਂ ਨੂੰ ਚੁਰਾਉਣ ਖਾਤਰ ਦੇ ਘਟੀਆ ਜ਼ਹਿਨੀਅਤ ਵਾਲਾ ਬੰਦਾ ਜਿਹੜਾ ਉਹ ਸਿੱਖਾਂ ਦੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਦੇ ਉੱਤੇ ਉਹਨੂੰ ਪ੍ਰਧਾਨ, ਉਹਨੂੰ ਸਕੱਤਰੀਆਂ ਦੇ ਨਾਲ ਨਿਵਾਜ ਕੇ ਬਿਠਾਲਿਆ ਜਾ ਰਿਹਾ ਤਾਂ ਜੋ ਸਾਨੂੰ ਕਿਸੇ ਬਾਹਰ ਨੂੰ ਤਾਂ ਸਾਨੂੰ ਦੋਸ਼ ਨਾ ਦੇਣਾ ਪਵੇ। ਅਗਲਾ ਕਹੇ ਜੀ ਤੁਹਾਡੀ ਇੱਕ ਪ੍ਰੋਮੀਨੈਂਟ ਜਿਹੜੀ ਸੰਸਥਾ ਉਹਦਾ ਪ੍ਰਧਾਨ ਹੈ ਅਤੇ ਉਹਦੇ ਵੱਲੋਂ ਕਹਿੰਦਾ, ਚਾਹੇ ਉਹ ਕੋਈ ਪਾਕਿਸਤਾਨ ਨਾਲ ਮਸਲਾ ਹੋਵੇ ਅਤੇ ਉਹਨੂੰ ਕੋਈ ਪਤਾ ਨਾ ਹੋਵੇ, ਇਹ ਮੂਹਰੇ ਵਾਲੀ ਹੋ ਗਈ। ਹਾਲੇ ਕੋਈ ਉੱਥੇ ਦੇ ਚਾਹੇ ਗ੍ਰਹਿ ਜਿਹੜਾ ਵਿਦੇਸ਼ ਮੰਤਰੀ ਹੈ ਜਾਂ ਕੋਈ ਗ੍ਰਹਿ ਸਕੱਤਰ ਉਹਦਾ ਕੋਈ ਹਾਲੇ ਬਿਆਨ ਵੀ ਨਾ ਹੋਵੇ, ਇਹ ਮੂਹਰੇ ਵਾਲੀ ਆਪਣੀ ਪੂੰਛ ਨੂੰ ਅੱਗ ਲਵਾਈ ਫਿਰਦਾ ਹੁੰਦਾ। ਅਤੇ ਇਹ ਹੁਣ ਜਿਹੜਾ ਮਨਜਿੰਦਰ ਸਿੰਘ ਸਿਰਸਾ ਪਿੱਛੇ ਜੇ ਆਪਣੀ ਮੋਦੀ ਭਗਤੀ ਦੇ ਵਿੱਚ ਲੀਨ ਹੋਇਆ, ਕਹਿੰਦਾ ਵੀ ਧਾਰਮਿਕ ਸੰਸਥਾਵਾਂ ਦੇ ਕੋਲ ਵੀ ਜਿੰਨਾ ਕੋਈ ਸਰਮਾਇਆ, ਧਨ ਦੌਲਤ, ਸੋਨਾ ਆਦਿਕ ਪਿਆ ਵੀ ਉਹ ਸਾਰਾ ਸਰਕਾਰ ਨੂੰ ਦੇ ਦੇਣਾ ਚਾਹੀਦਾ। ਹੁਣ ਇਹਦੇ ਵਿੱਚ ਆਮ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਸਧਾਰਨ ਬੰਦਾ ਅਤੇ ਜਿਹੜਾ ਵਿਚਾਰਾ ਰੋਟੀ ਨੂੰ ਮੁਥਾਜ ਆ ਉਹਨੂੰ ਭਾਵੇਂ ਲੱਗਦਾ ਹੋਊਗਾ ਕਿ ਬੜੀ ਵਧੀਆ ਗੱਲ ਕਹੀ ਹੈ ਵੀ ਉਹ ਤਾਂ ਵਿਚਾਰਾ ਵੰਡਣ ਛਕਣ ਦੀ ਗੱਲ ਕਰਦਾ। ਅਤੇ ਬਹੁਤੇ ਕਈ ਮੈਂ ਦੇਖਿਆ ਵੀ ਕਈ ਲੋਕ ਕਮੈਂਟ ਕਰਦੇ ਵੀ ਸਿੱਖਾਂ ਦੇ ਵਿੱਚ ਵੰਡ ਛਕਣ ਦਾ ਸਿਧਾਂਤ ਹੈ ਜਾਂ ਇੱਦਾਂ। ਠੀਕ ਹੈ, ਚਲੋ ਇਹ ਵੀ ਨਹੀਂ ਆਪਾਂ ਕਹਿੰਦੇ ਵੀ ਇਕੱਲੇ ਸਿੱਖਾਂ ਦੇ ਉਹਨਾਂ ਦੇ ਅਸਥਾਨਾਂ ਦੇ ਉੱਤੇ ਜਿਹੜਾ ਧਨ ਦੌਲਤ ਪਿਆ ਉਹ ਦੂਜੇ ਮੰਦਰਾਂ ਦੇ ਵਿੱਚ ਵੀ ਪਿਆ ਹੋਏਗਾ। ਪਰ ਮਸਲਾ ਇੱਥੇ ਤਾਂ ਇਹਦੀ ਜਿਹੜੀ ਚਮਚਾਗਿਰੀ ਜਾਂ ਜਿਹੜੀ ਜੁੱਤੀ ਚੱਟਣ ਵਾਲੀ ਜਿਹੜੀ ਬਿਰਤੀ ਆ ਉਹ ਉਜਾਗਰ ਦੇਖੋ ਕਿਸ ਤਰੀਕੇ ਨਾਲ ਹੁੰਦੀ ਹੈ। ਇਸ ਬੇਵਕੂਫ ਨੂੰ ਇਹ ਨਹੀਂ ਪਤਾ ਵੀ ਜੇ ਸਾਰਾ ਜੋੜ ਲੂੰਗੇ, ਕਿਉਂਕਿ ਹੁਣ ਜਦੋਂ ਇਹਦੀ ਜਿਹੜੀ ਸਟੇਟਮੈਂਟ ਆ ਉਹ ਜਦੋਂ ਉਹ ਸਾਹਮਣੇ ਆਈ ਹੈ ਤਾਂ ਉੱਥੇ ਤਾਂ ਉਹਨੂੰ ਗੁਰਦੁਆਰਿਆਂ ਦੇ ਨਾਲ ਜਿਹੜਾ ਉਹ ਜੋੜ ਕੇ ਦੇਖਿਆ ਜਾਣਾ ਚਾਹੀਦਾ, ਕਿਉਂਕਿ ਇਹ ਆਪ ਇੱਕ ਜਿਹੜੀ ਸਿਰਮੌਰ ਸਾਡੀ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਧਾਨ ਹੈ। ਤਾਂ ਸਾਰੇ ਸਿੱਖ ਹਲਕਿਆਂ ਦੇ ਵਿੱਚ ਬੜੀ ਇਸ ਦੇ ਬਿਆਨ ਦੀ ਜਿਹੜੀ ਆ ਉਹ ਚਰਚਾ ਹੋਈ ਅਤੇ ਨਿਖੇਧੀ ਹੋਈ। ਅਤੇ ਇੱਥੋਂ ਤੱਕ ਕਿ ਬਾਹਰਲੇ ਤਾਂ ਬਹੁਤ ਸਾਰੇ ਗੁਰਦੁਆਰੇ ਨੇ ਜਿਹੜੇ ਉਹਨਾਂ ਨੇ ਇਹਦਾ ਜਿਹੜਾ ਮੁਕੰਮਲ ਆ ਉਹ ਬਾਈਕਾਟ ਦੇ ਜਿਹੜੇ ਫੈਸਲੇ ਆ ਮਤੇ ਪਾ ਕੇ ਉਹ ਵੀ ਉਹਨਾਂ ਨੇ ਬਕਾਇਦਾ ਕੀਤੇ ਨੇ। ਹੁਣ ਆਪਾਂ ਗੱਲ ਕਰ ਲਈਏ ਕਿ ਉਹ ਧਰੋਹਰ ਦੀ, ਕਿ ਇੱਕ ਤਾਂ ਇਹ ਹੈ ਜੇ ਆਪਾਂ ਉਹਨੂੰ ਇਕਨੋਮਿਕਲੀ ਦੇਖੀਏ ਵੀ ਤਾਂ ਜੋ ਜੇ ਸਿੱਖਾਂ ਦਾ ਕਿੰਨਾ ਕੁ ਜਿਹੜਾ ਧਨ ਦੌਲਤ ਉਹ ਸਿੱਖਾਂ ਦੇ ਕੋਲ ਜਮ੍ਹਾਂ ਹੋਇਆ ਪਿਆ ਹੋਣਾ ਵੀ ਜਿਹਦੇ ਨਾਲ ਕਿਸੇ ਗਰੀਬਾਂ ਦਾ ਕੋਈ ਹੁੰਦਾ। ਅਤੇ ਦੂਜੇ ਪਾਸੇ ਇਹਨੂੰ ਇਹ ਨਹੀਂ ਪਤਾ ਬੇਵਕੂਫ ਨੂੰ ਵੀ ਜਿਨ੍ਹਾਂ ਦੀ ਤੂੰ ਜੁੱਤੀ ਚੱਟ ਰਿਹਾ ਉਹ ਤਾਂ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਜਿਹੜੇ ਘੁਟਾਲੇ ਹੋਏ ਆ ਪਿੱਛੇ ਜੇ ਚਰਚਾ ਚੱਲੀਏ ਕਿ ਉਹ ਸਾਰੇ ਉਹਨਾਂ ਨੇ ਵੱਟੇ ਖਾਤੇ ਪਾ ਦਿੱਤੇ। ਠੀਕ ਹੈ ਜੀ, ਅਤੇ ਗਰੀਬਾਂ ਨੂੰ ਉਹਨਾਂ ਨੇ ਕੋਈ ਰਾਤ ਤੱਕ ਕਿਆ ਦੇਣੀ ਹੈ। ਅਤੇ ਉਸ ਨਗੂਣੀ ਜੀ ਇਹ ਉਹੀ ਉੱਦਾਂ ਦੀ ਉਹ ਗੱਲ ਹੈ ਜਿੱਦਾਂ ਬਹੁਤ ਦੇਰ ਤੱਕ ਜਿਹੜਾ ਕਾਮਰੇਡ ਵਾਲਾ ਉਹੀ ਕਹਿੰਦਾ ਰਿਹਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਆ ਉਹ ਪੰਜਾਬ ਸਰਕਾਰ ਦੇ ਬਰਾਬਰ ਹੈ। ਉਹ ਵੀ ਇਸਦਾ ਕਹਿ ਕੇ ਵੀ ਜੇ ਕਿਤੇ ਜੀ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਮੂੰਹ ਗਰੀਬਾਂ ਲਈ ਖੁੱਲ੍ਹ ਜਾਣ, ਲੈ ਗਰੀਬ ਤਾਂ ਸਾਰਿਆਂ ਦੇ ਕੋਲ ਇੰਨੇ ਰੁਪਈਏ ਆ ਜਾਣੇ ਅਤੇ ਸਾਰਿਆਂ ਦੇ ਪਾਰ ਤਾਰੇ ਹੋ ਜਾਣੇ ਆ। ਇਹ ਇੱਦਾਂ ਦੇ ਗੁੰਮਰਾਹ ਕੁੰਨ ਅਤੇ ਤੱਥਾਂ ਤੋਂ ਰਹਿਤ ਜਿਹੜੇ ਬਿਆਨ ਨੇ ਉਹ ਜਿਹੜੇ ਸਿੱਖ ਵਿਰੋਧੀ ਤਾਕਤਾਂ ਉਹਨਾਂ ਵੱਲੋਂ ਫੈਲਾਏ ਜਾਂਦੇ ਨੇ। ਅਤੇ ਅਨਪੜ੍ਹ ਅਤੇ ਲਾਈਲੱਗ ਲੋਕ ਜਿਹੜੇ ਆ ਉਹ ਇਹਦਾ ਸਭ ਤੋਂ ਵੱਧ ਜਿਹੜਾ ਉਹ ਸ਼ਿਕਾਰ ਆ ਉਹ ਹੁੰਦੇ ਰਹੇ ਨੇ। ਬਿਲਕੁਲ ਜੀ। ਔਰ ਜਿਹੜੀ ਨਾ ਧਿਆਨ 'ਚ ਰੱਖਣ ਵਾਲੀ ਗੱਲ ਆ ਵੀ ਜਦੋਂ ਤੱਕ ਆਪਣੀ ਹਰੀ ਕ੍ਰਾਂਤੀ ਨਹੀਂ ਆਈ, ਗ੍ਰੀਨ ਰੈਵੋਲੂਸ਼ਨ ਜੀ, ਉਦੋਂ ਤੱਕ ਆਪਣੀ ਕੌਮ ਕੋਲੇ ਕਿਤੇ ਕਿੰਨਾ ਕੁ ਪੈਸਾ ਹੁੰਦਾ ਸੀ ਵੀ ਜਿਹੜਾ ਗੁਰਦੁਆਰਿਆਂ 'ਚ ਅਸੀਂ ਚੜ੍ਹਾਈ ਦਾ ਸੀ ਜੀ। ਉਦੋਂ ਤੋਂ ਜਦੋਂ ਤੋਂ ਖੁਸ਼ਹਾਲੀ ਆਈ ਆ ਮਾੜੀ ਜੀ, ਤੇ ਜਿਹੜੇ ਖਾਸ ਤੌਰ ਤੇ ਉਧਰੋਂ ਪਾਕਿਸਤਾਨ ਵੱਲੋਂ ਉੱਜੜ ਕੇ ਆਏ ਸੀ,
ਜਦੋਂ ਤੱਕ ਉਹ ਪੈਰਾਂ ਤੇ ਖੜੇ ਹੋਏ ਆ ਹਾਂਜੀ ਉਦੋਂ ਤੱਕ ਤੁਸੀਂ ਜੇ ਧਿਆਨ ਦਿਓ ਤੇ ਵੀ ਜਿਹੜਾ ਸੀਗਾ ਆਪਣਾ ਕਾਮਰੇਡ ਬਿਰਤੀ ਦਾ ਟੋੜਾ ਜੀ ਵੀ ਉਹਦਾ ਜਿਹੜਾ ਕੰਟਰੋਲ ਆ ਵੀ ਉਹ ਉਧਰ ਗੋਲਕਾਂ ਦੇ ਉੱਤੇ ਹੋਣਾ ਕਰਨਾ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈ ਜੀ ਵੀ ਉੱਦਾਂ ਮਤਲਬ ਜੇ ਅਸੀਂ ਅੱਜ ਦੀ ਜਿਹੜੀ ਮੈਨੇਜਮੈਂਟ ਆ ਵੀ ਉਹਨਾਂ ਨਾਲ ਕੰਪੇਅਰ ਕਰੀਏ ਤੇ ਟੋੜਾ ਬਹੁਤ ਵਧੀਆ ਹੈ। ਬਿਲਕੁਲ ਇਹਨਾਂ ਨਾਲ ਤਾਂ ਬਹੁਤ ਚੰਗਾ ਲੱਗਦਾ, ਬਹੁਤ ਚੰਗਾ ਸੀ। ਪਰ ਜਿਹੜੀ ਚੀਜ਼ ਦਾ ਧਿਆਨ ਰੱਖਣੇ ਦੀ ਲੋੜ ਆ ਵੀ ਉਹਨੂੰ ਉੱਥੇ ਬਿਠਾਇਆ ਇਸ ਕਰਕੇ ਗਿਆ 27-28 ਸਾਲ ਭਈ ਤਾਂ ਕਿ ਵੀ ਜਿਹੜੀਆਂ ਗੋਲਕਾਂ ਆ ਤੇ ਜਿਹੜੀ ਮਾਇਆ ਉਸ ਵੇਲੇ ਉਹਨਾਂ ਨੂੰ ਲੱਗਣ ਲੱਗ ਪਿਆ ਸੀ ਵੀ ਇੱਧਰ ਇਕੱਠੀ ਹੋ ਰਹੀ ਆ ਤੇ ਕਿਸੇ ਪਾਸੇ ਨੂੰ ਲੱਗਣੀ ਆ, ਉਹ ਸਾਰੀ ਦੀ ਸਾਰੀ ਜਿਹੜੀ ਆ ਵੀ ਉਹਨਾਂ ਨੇ ਉਸ ਹਿਸਾਬ ਦੇ ਨਾਲ ਉਹ 'ਤੇ ਕੰਟਰੋਲ ਕਰ ਲਿਆ ਵੀ ਜਿੱਧਰ ਉਹ ਚਾਹੁੰਦੇ ਆ ਵੀ ਉੱਧਰ ਹੀ ਉਹ ਖਰਚ ਹੋਵੇ ਜੀ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਜਦੋਂ ਤੁਸੀਂ ਲਾਉਨੇ ਆ ਫਿਰ ਵੀ ਅੱਜ ਹਾਲਤ ਕੀ ਆ, ਉਹ ਤੋਂ ਬਾਅਦ ਜਦੋਂ ਟੋੜੇ ਤੋਂ ਬਾਅਦ ਬਾਦਲਾਂ ਨੇ ਫਿਰ ਪੂਰਾ ਆਪਣਾ ਜਿਹੜਾ ਕਬਜ਼ਾ ਕੀਤਾ ਹੈ ਤੇ ਅੱਜ ਹਾਲਤ ਇਹ ਆ ਵੀ ਐਸਜੀਪੀਸੀ ਜਿਹੜੀ ਆ ਉਹ ਤਕਰੀਬਨ ਬੈਂਕਰਪਟ ਆ, ਉਹਦੇ ਕੋਲੇ ਈਵਨ ਜਿਹੜੇ EMPLOYE ਆ ਵੀ ਉਹਨਾਂ ਦੀਆਂ ਤਨਖਾਹਾਂ ਦੇਣ ਦੇ ਪੈਸੇ ਵੀ ਹੈ ਨਹੀਂਗੇ ਤੇ ਉਧਰੋਂ ਆ ਜਿਹੜਾ ਸਰਸੇ ਵਾਲਾ ਆ ਵੀ ਸਰਸੇ ਵਾਲਾ ਹੀ ਕਹਿ ਲਈਏ ਹੁਣ ਇਹਨੂੰ ਕਿਉਂਕਿ ਇਹ ਵੀ ਸਰਸੇ ਵਾਲਾ ਹੀ ਆ ਵੀ ਇਹਨੇ ਦਿੱਲੀ ਦਾ ਜਿਹੜਾ ਸੀਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਖਜ਼ਾਨਾ ਹੈਗਾ ਵੀ ਉਹ ਬਿਲਕੁਲ ਐਨ ਖਾਲੀ ਕਰ ਦਿੱਤਾ ਬਿਲਕੁਲ। ਔਰ ਉਹਦੀਆਂ ਸਰਨੇ ਦੇ ਬਿਆਨ ਹੈਗੇ ਆ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਕੋਲੇ ਇਨਫੋਰਮੇਸ਼ਨ ਵੀ ਆ ਸਰਨੇ ਕੋਲੇ ਵੀ ਆਖੇ ਵੀ ਜਦੋਂ ਉਹਨਾਂ ਨੇ ਛੱਡੀ ਆ ਕਮੇਟੀ ਤੇ ਉਦੋਂ ਕਿੰਨਾ ਕੁ ਪੈਸਾ ਇਹਦੇ ਅਕਾਊਂਟਾਂ 'ਚ ਸੀਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਹੁਣ ਉਹ ਸਾਰਾ ਕੁਝ ਜਿਹੜਾ ਆ ਵੀ ਮੈਨੂੰ ਤੇ ਇਹ ਵੀ ਇੱਕ ਸ਼ੱਕ ਪੈਂਦਾ ਹੈਗਾ ਵੀ ਜਿਹੜਾ ਇਹਦਾ ਬਿਆਨ ਆ ਨਾ ਸਰਸੇ ਦਾ ਵੀ ਜਿੰਨਾ ਹੈਗਾ ਪੈਸਾ ਵੀ ਉਹ ਸਰਕਾਰ ਨੂੰ ਦੇ ਦਿਓ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਆਪਣੇ ਕੋਲੋਂ ਬੁਲਾ ਲਾਉਣ ਵਾਲੀ ਗੱਲ ਆ ਵੀ ਕਿਉਂਕਿ ਜੇ ਮੰਨ ਲਓ ਵੀ ਇਹ ਹਾਰ ਜਾਂਦੇ ਆ ਇਲੈਕਸ਼ਨ ਤੇ ਜਦੋਂ ਅਗਲਿਆਂ ਨੇ ਆ ਕੇ ਭਾਵੇਂ ਸਰਨਾ ਗਰੁੱਪ ਆਵੇ ਭਾਵੇਂ ਕੋਈ ਆਵੇ ਜਦੋਂ ਹਿਸਾਬ ਲਾਇਆ ਭਈ ਕਿੰਨੇ ਕਰੋੜਾਂ ਰੁਪਈਆ ਜਿਹੜਾ ਆ ਵੀ ਇਹ ਗਵਰਨ ਕਰ ਗਏ ਆ ਹਾਂਜੀ ਭਈ ਉਹਦਾ ਇਹ ਕਮ ਸੇ ਕਮ ਇੰਨਾ ਕਿ ਕਰ ਦੇਣ ਵੀ ਹਾਂਜੀ ਇਹ ਸਰਕਾਰ ਨੂੰ ਦੇ ਦਿੱਤਾ ਵੀ ਕਰੋਨਾ ਪੀੜਤ ਦੇ ਵਿੱਚ ਮਦਦ ਵਜੋਂ ਉਹਦੇ ਵਿੱਚ ਅਸੀਂ ਸਰਕਾਰ ਨੂੰ ਦੇ ਦਿੱਤਾ ਭਈ ਰਾਸ਼ਟਰ ਭਗਤੀ ਦੀ ਜਿਹੜੀ ਆ ਵੀ ਉਹ ਅਖੇ ਜੀ ਅਸੀਂ ਤੇ ਸੇਵਾ ਕਰ ਦਿੱਤੀ ਸੋ ਉਹ ਜਿੰਨੇ ਇਹ ਕਹ ਲਓ ਵੀ ਇਹ ਬਰੂਪੀ ਇਹ ਦੋਗਲੇ ਬੇਈਮਾਨ ਬੰਦੇ ਆ ਇਹ ਸਿਰਫ ਨਾ ਵੀ ਲੋਕਾਂ ਨੂੰ ਮੂਰਖ ਬਣਾਉਣ ਦੇ ਬਿਆਨ ਜਿਹੜੇ ਆ ਤੇ ਉਹ ਲੱਭਦੇ ਰਹਿੰਦੇ ਆ ਜੀ ਭਈ ਠੀਕ ਆ ਵੀ ਏਦਾਂ ਕਹਿ ਕੇ ਆਪਾਂ ਇੰਨਿਆਂ ਨੂੰ ਮੂਰਖ ਬਣਾ ਦੇਣਾ, ਏਦਾਂ ਕਹਿ ਕੇ ਵੀ ਜਿਹੜੇ ਏਦਾਂ ਸੋਚਦੇ ਆ ਉਹਨਾਂ ਨੂੰ ਮੂਰਖ ਬਣਾ ਦੇਣਾ ਜਾਂ ਮਗਰ ਲਾ ਲੈਣਾ। ਸੋ ਸਾਡੀ ਸਿਆਣਪ ਜਿਹੜੀ ਆ ਕੌਮ ਦੀ ਉਹ ਇਹ ਹੀ ਆ ਵੀ ਜੋ ਵੀ ਬੰਦਾ ਬੋਲ ਰਿਹਾ ਆ ਜੀ ਇੱਕ ਤੇ ਉਹ ਬੰਦਾ ਜਿਹੜਾ ਕਹਿ ਰਿਹਾ ਉਹਦੇ ਵੱਲ ਦੇਖੀਏ ਵੀ ਇਹ ਕੌਣ ਬੰਦਾ ਆ ਵੀ ਜਿਹੜਾ ਏਦਾਂ ਕਹਿ ਰਿਹਾ, ਇਹਦੀ ਪਿਛੋਕੜ ਕੀ ਆ ਭਈ ਜੋ ਬਿਆਨ ਅੱਜ ਦੇ ਰਿਹਾ ਪਿਛਲੇ ਬਿਆਨਾਂ ਦੇ ਨਾਲ ਰਲਦਾ ਇਹ ਤੇ ਜੇ ਰਲ ਰਿਹਾ ਆ ਤੇ ਫਿਰ ਉੱਥੋਂ ਇਹ ਹੋ ਜਾਣਾ ਵੀ ਹਾਂ ਠੀਕ ਆ ਆਹ ਵਰਤੀ ਆ ਇਹਦੀ ਆਹ ਸੋਚ ਆ ਤੇ ਜੇ ਨਹੀਂ ਰਲ ਰਿਹਾ ਫਿਰ ਵੀ ਇਹ ਵੀ ਸ਼ੱਕ ਪੈਣੇ ਆ ਵੀ ਭਾਈ ਵੀ ਹੁਣ ਕੀ ਹੋਇਆ, ਕਿਉਂ ਬਦਲ ਗਿਆ ਇਹ ਵੀ ਪਿਛਲੇ ਬਿਆਨ ਏਦਾਂ ਦੇ ਆ ਤੇ ਅੱਜ ਆਹ ਬਿਆਨ ਕਿਉਂ ਆ ਗਿਆ ਵੀ ਕੀ ਇਹ ਹੁਣ ਸਰਕਾਰੀ ਅੰਗੂਠੇ ਥੱਲੇ ਆ ਗਿਆ ਜਾਂ ਕਿੱਦਾਂ ਹੋ ਗਿਆ। ਸੋ ਉਹ ਸਾਰਾ ਜਿਹੜਾ ਜਮਾ ਘਟਾਓ ਆ ਉਹ ਕਰਨ ਦੀ ਲੋੜ ਆ ਸਾਨੂੰ ਵੀ ਅਸੀਂ ਸਿਰਫ ਇੱਕ ਬਿਆਨ ਜਿਹੜਾ ਆ ਵੀ ਉਹਨੂੰ ਲੈ ਕੇ ਉਹਦੇ ਉੱਤੇ ਜਿਹੜਾ ਆ ਵੀ ਉਹਨੂੰ ਐਕਸੈਪਟ ਜਾਂ ਡਿਨਾਈ ਨਾ ਕਰ ਦਈਏ ਜੀ। ਸੋ ਉਹ ਜਿਹੜਾ ਪਿਛਲਿਆਂ ਨਾਲ ਜੋੜ ਕੇ ਤੇ ਅਗਲਿਆਂ ਦਾ ਕੀ ਹੋਊਗਾ ਉਹ ਸਾਰਾ ਜੋ ਧਿਆਨ ਚ ਰੱਖੀਏ। ਬਿਲਕੁਲ ਇੱਥੇ ਸਾਡੇ ਸਰੋਤਿਆਂ ਨੂੰ ਇੱਕ ਗੱਲ ਹੋਰ ਜਿਹੜੀ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਸੋਚਣੀ ਬਣਦੀ ਹੈ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਗੁਰੂ ਪਾਤਸ਼ਾਹ ਨੇ ਸਮਾਜ ਦੀ ਭਲਾਈ ਖਾਤਰ ਜਾਂ ਪੂਰੀ ਜਿਹੜੀ ਆਰਥਿਕ ਜਿਹੜੀ ਆ ਬਰਾਬਰਤਾ ਦੇ ਲਈ ਜਾਂ ਜਿਹੜਾ ਨੀਵੇਂ ਦਬੇ ਕੁਚਲੇ ਵਰਗ ਨੇ ਉਹਨਾਂ ਨੂੰ ਉੱਪਰ ਚੱਕਣ ਖਾਤਰ ਗੁਰੂ ਸਾਹਿਬ ਨੇ ਜਿਹੜੇ ਆ ਉਹ ਬਰਾਬਰਤਾ ਦਾ ਸਿਧਾਂਤ ਵੀ ਸਾਨੂੰ ਦਿੱਤਾ ਤੇ ਸਾਰਿਆਂ ਦੀ ਮਦਦ ਕਰਨ ਦਾ ਸਰਬੱਤ ਦੇ ਭਲੇ ਵਾਲਾ ਸਿਧਾਂਤ ਬਖਸ਼ਿਸ਼ ਕੀਤਾ ਸੀ ਤੇ ਉਹਦੇ ਨਾਲ ਹੀ ਉਹਨਾਂ ਨੇ ਪੰਗਤ ਤੇ ਸੰਗਤ ਦਾ ਸਿਧਾਂਤ ਸਾਨੂੰ ਦਿੱਤਾ ਸੀ ਤੇ ਉਹਦੇ ਵਿੱਚ ਲੈ ਕੇ ਇਹ ਸਾਡਾ ਜਿਹੜਾ ਮੁੱਢਲਾ ਸਿਧਾਂਤ ਚੱਲਦਾ ਆ ਰਿਹਾ ਕਿ ਸਿੱਖ ਆਪਣੇ ਦਸਵੰਧ ਦਾ ਕੁਛ ਜਿਹੜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਜਿਹੜਾ ਉਹ ਦਸਵੰਧ ਦੇ ਰੂਪ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਜਿਹੜੇ ਸਮਾਜਿਕ ਜਾਂ ਕੌਮ ਦੇ ਭਲਾਈ ਦੇ ਕੰਮਾਂ ਦੇ ਵਿੱਚ ਖਰਚਣ ਤੇ ਉਹਦੇ ਵਿੱਚ ਉਹ ਜਿਹੜੇ ਸਿੱਖਾਂ ਨੇ ਉਹ ਗੁਰਦੁਆਰੇ ਬਣਾ ਲਏ। ਜਦੋਂ ਆਪਾਂ ਨੂੰ ਪਤਾ ਵੀ ਹਰੇਕ ਜਿਹੜੀ ਚੀਜ਼ ਆ ਉਹਦੇ ਵਿੱਚ ਕੋਈ ਨਾ ਕੋਈ ਖਾਮੀ ਸਮਾਂ ਪਾ ਕੇ ਆ ਜਾਂਦੀ ਹੈ ਪਰ ਉਹ ਸਿੱਖਾਂ ਦੇ ਤਿਲ ਫੁੱਲ ਦੇ ਨਾਲ ਬਣੇ ਹੋਏ ਆ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਸਿੱਖਾਂ ਦੇ ਉੱਤੇ ਤਰਾਸਦੀਆਂ ਬੜੀਆਂ ਆਉਂਦੀਆਂ ਰਹੀਆਂ ਤੇ ਵੀ ਬਹੁਤ ਸਾਰੇ ਆਲੀਸ਼ਾਨ ਸਾਡੇ ਕੋਲ ਇੰਨਾ ਪੈਸਾ ਹੁੰਦਾ ਵੀ ਨਹੀਂ ਸੀ ਕਿਸੇ ਕੋਈ ਸਮਾਂ ਸੀ ਹਨਾ। ਹੁਣ ਦੱਸਦੇ ਨੇ ਵੀ ਜਦੋਂ ਪਾਕਿਸਤਾਨ ਤੇ ਇਹਦੀ ਵੰਡ ਹੋਈ ਆ ਵੀ 40% ਕੌਮ ਤਾਂ ਉਦੋਂ ਕਹਿੰਦੇ ਸਾਡੀ ਉੱਜੜ ਕੇ ਆਈ ਆ, ਉਧਰੋਂ ਉੱਜੜ ਕੇ ਸਾਡੀ 40% ਦੀ ਜਿਹੜੀ ਕੌਮ ਆ ਉੱਜੜ ਕੇ ਉਧਰੋਂ ਇੱਧਰ ਨੂੰ ਆਈ ਆ 2.5% ਮਰ ਗਈ। ਹਾਂ ਤੇ 2.5% ਉਹਦੇ ਚੋਂ ਮਰ ਗਈ ਤਾਂ ਹੁਣ ਉਹਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰਿਆ, ਪਰਿਵਾਰਾਂ ਨੂੰ ਖੜਾ ਕਰਿਆ, ਫਿਰ ਉਹ ਤੋਂ ਬਾਅਦ ਜਾ ਕੇ ਸਖਤ ਮਿਹਨਤਾਂ ਕਰਕੇ ਫਿਰ ਤੁਸੀਂ ਕਹਿੰਦੇ ਵੀ ਜਾ ਕੇ ਦੁਬਾਰੇ ਆਪਣੇ ਗੁਰਦੁਆਰਾ ਗੁਰੂ ਧਾਮ ਜਿਹੜੇ ਨੇ ਗੁਰੂ ਅਸਥਾਨ ਨੇ ਜਿਨ੍ਹਾਂ ਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਸੀ ਉਹਨਾਂ ਦੇ ਵੱਲ ਥੋੜਾ ਬਹੁਤਾ ਜਿਹੜਾ ਧਿਆਨ ਆ ਉਹ ਦਿੱਤਾ ਤੇ ਉਹਦੇ ਵਿੱਚ ਵੀ ਉਹ ਸਾਡੀਆਂ ਯਾਨੀ ਉੱਥੇ ਤੇ ਲੈ ਕੇ ਵੀ ਭਾਵੇਂ ਕਿ ਪ੍ਰਬੰਧ ਦੇ ਵਿੱਚ 100 ਖਾਮੀਆਂ ਹੋਣ
ਉਸ ਦੇ ਬਾਵਜੂਦ ਵੀ ਉੱਥੇ ਬਿਨਾਂ ਕਿਸੇ ਵਿਤਕਰੇ ਤੋਂ ਜਿਹੜਾ ਲੋੜਵੰਦ ਦੀ ਮਦਦ ਆ ਉਹ ਹੁੰਦੀ ਰਹੀ ਹੈ ਤੇ ਹੋ ਰਹੀ ਹੈ। ਠੀਕ ਹੈ, ਹੁਣ ਵੀ ਤੁਸੀਂ ਦੇਖ ਲਓ ਕਿ ਹੁਣ ਭਾਵੇਂ ਇਹਨਾਂ ਨੇ ਜਿੰਨਾ ਮਰਜ਼ੀ ਕੋਈ ਜ਼ੋਰ ਲਾਉਂਦੇ ਨੇ ਸਾਨੂੰ, ਕੋਈ ਜਿਹੜਾ ਕਾਮਰੇਡ ਲਾਣਾ ਜਾਂ ਦੂਜਾ ਤੇ ਇਹਨਾਂ ਦੇ ਇਹਨਾਂ ਦੇ ਉਹ ਹੋਵੇ, ਜਿੰਨੇ ਕਿ ਵੀ ਸੋਰਸ ਆ ਉਹਨਾਂ ਦੇ ਨਾਲ ਜਿੰਨਾ ਕਿ ਵੀ ਉਹ ਹਾਂ, ਹਾਲਾਂਕਿ ਉੱਥੇ ਹੋਰ ਵਧੀਆ ਹੋ ਸਕਦਾ, ਉਹਦੀ ਆਪਾਂ ਇਹ ਨਹੀਂ ਕਹਿ ਰਹੇ ਕਿ ਨਹੀਂ, ਕਿਉਂਕਿ ਬੰਦੇ ਆਉਂਦੇ ਜਾਂਦੇ ਰਹਿੰਦੇ, ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਹੋਰ ਸੁਚਾਰੂ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਉਹ ਚਲਾਉਣਾ ਜ਼ਰੂਰੀ ਵੀ ਹੈ ਤੇ ਲੋਕਾਂ ਦਾ ਸੰਗਤ ਦਾ ਵਿਸ਼ਵਾਸ ਜਿੱਤਣਾ ਵੀ ਜ਼ਰੂਰੀ ਹੈ, ਤਾਂ ਜੋ ਸੰਗਤ ਆਪਣਾ ਤਿਲ ਫੁੱਲ ਉੱਥੇ ਦੇ ਕੇ ਇੱਕ ਕੇਂਦਰੀ ਪੂਲ ਦੇ ਵਿੱਚ ਸਾਡਾ ਕੌਮੀ ਸਰਮਾਇਆ ਜਾਵੇ, ਜਿਹਦੇ ਨਾਲ ਸਾਡੀ ਕੌਮ ਦੇ ਭਲਾਈ ਦੇ ਜਿਹੜੇ ਕਾਰਜ ਆ ਉਹ ਵੱਖੋ ਵੱਖਰੇ ਰੂਪ ਦੇ ਵਿੱਚ ਸੁਚਾਰੂ ਢੰਗ ਦੇ ਨਾਲ ਚਲਾਏ ਜਾ ਸਕਣ। ਠੀਕ ਹੈ, ਤਾਂ ਉਹ ਬੜਾ ਜ਼ਰੂਰੀ ਹੈ। ਪਰ ਜਿਹੜਾ ਇਹ ਕਾਮਰੇਡ ਸਿੱਖੀ ਦੇ ਦੁਸ਼ਮਣ ਲਾਣਾ, ਇਹ ਕੋਈ ਵੀ ਜਿਹੜਾ ਮੌਕਾ ਉਹ ਖੰਝਾਉਂਦੇ ਨਹੀਂ ਕਿ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਨਿੰਦੀਏ ਨਾ। ਜਿਵੇਂ ਹੁਣ ਆ ਕਰੋਨਾ ਦੇ ਮਸਲੇ ਦੇ ਵਿੱਚ ਵੀ ਆਇਆ ਵੀ ਸੰਗਤ ਨੇ ਫੈਲਾਤਾ, ਉਹਨੇ ਫੈਲਾਤਾ, ਉਹ ਪਠਲਾਵਾ ਪਿੰਡ ਦੇ ਗਿਆਨੀ ਆਪਾਂ ਉੱਥੋਂ ਸ਼ੁਰੂ ਹੋਇਆ ਤਾਂ ਹੁਣ ਹਾਂ ਜੀ ਮੈਨੂੰ ਚੇਤੇ ਆ ਗਿਆ, ਉਹਨਾਂ ਦੇ ਨਾਲ ਸੰਬੰਧਿਤ ਖਬਰਾਂ ਵੀ ਛਪੀਆਂ ਕਿ ਹੁਣ ਉਹ ਸਾਰਾ ਪਿੰਡ ਜਿਹੜਾ ਉਹ ਕਰੋਨਾ ਮੁਕਤ ਹੋ ਕੇ, ਤਾਂ ਹੁਣ ਉਹਨਾਂ ਨੇ ਵੀ ਵਿਚਾਰਿਆਂ ਨੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ 15 ਲੱਖ ਦੀ ਜਿਹੜੀ ਰਸਦ ਸਮੱਗਰੀ ਆ ਉਹ ਦਰਬਾਰ ਸਾਹਿਬ ਨੂੰ ਹੁਣ ਭੇਜੀ ਆ ਵੀ ਉਹ ਸਾਰਾ ਜਿਹੜਾ ਪਿੰਡ ਆ ਸਾਡਾ ਉਹ ਹੋ ਗਿਆ। ਤਾਂ ਕਿੰਨਾ ਉਹਨਾਂ ਨੇ ਵਿਚਾਰਿਆਂ ਨੇ ਮਾਨਸਿਕ ਸੰਤਾਪ ਵੀ ਝੱਲਿਆ ਤੇ ਬਿਮਾਰੀ ਦਾ ਜਿਹੜਾ ਟੱਕਰ ਆ ਉਹ ਵੀ ਉਹਨਾਂ ਨੇ ਕੀਤਾ। ਸੋ ਜਾਣੀ ਕਹਿਣ ਦਾ ਭਾਵ ਇਹ ਹੈ ਕਿ ਉੱਥੇ ਤੇ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਕੋਈ ਐਸ਼ ਪ੍ਰਸਤੀ ਦੇ ਅੱਡੇ ਨਹੀਂ। ਠੀਕ ਹੈ, ਹਾਂ ਕੁਝ ਚੰਦ ਲੋਕਾਂ ਨੇ ਬਣਾ ਰੱਖੇ ਨੇ, ਉਹਦੇ ਵਿੱਚ ਬਾਦਲ ਲੈ ਕੇ ਆਂਦਾ ਜਾਂ ਇਹਨਾਂ ਦਾ ਸਿਰਸੇ ਵਰਗਿਆਂ ਦਾ ਰੋਲ ਹੋ ਸਕਦਾ, ਪਰ ਉਹ ਹਮੇਸ਼ਾ ਜਿਹੜਾ ਸਰਬੱਤ ਦੇ ਭਲੇ ਦਾ ਕਾਰਜ ਕਰਨ ਦੇ ਧੁਰੇ ਵਜੋਂ ਹੀ ਜਾਣੇ ਗਏ ਆ। ਤੇ ਅੱਜ ਵੀ ਉਹ ਸਾਨੂੰ ਕੌਮ ਨੂੰ ਸੁਚੇਤ ਹੋ ਕੇ ਉੱਥੇ ਹੀ ਉਹ ਜਿਹੜਾ ਉਹਨਾਂ ਨੂੰ ਮੂਲ ਰੂਪ ਦੇ ਵਿੱਚ ਜਿਹੜਾ ਵਰਤਣਾ ਚਾਹੀਦਾ, ਤਾਂ ਜੋ ਜਿਹੜੇ ਅਜਿਹੇ ਬੰਦੇ ਨੇ ਜਾਂ ਹੋਰ ਜਿਹੜੇ ਬੰਦੇ ਆਲੇ ਦੁਆਲੇ ਵਾਲੇ ਆ, ਜਿਹੜੇ ਹੁਣ ਸਿਰਸੇ ਨੇ ਤਾਂ ਗੱਲ ਕਰ ਦਿੱਤੀ ਆ, ਤੇ ਦੂਜੇ ਪਾਸੇ ਅਸਲੀਅਤ ਇਹ ਹੈ ਜਿਵੇਂ ਤੁਸੀਂ ਦੱਸਦੇ ਆ ਕਿ ਅੰਕੜੇ ਇਹ ਦੱਸਦੇ ਆ ਕਿ ਉੱਥੇ ਤਾਂ ਖਜ਼ਾਨਾ ਸਾਰਾ ਇਹ ਸਫਾ ਚੱਟ ਕਰੀ ਫਿਰਦੇ ਆ। ਦਿੱਲੀ ਦਾ ਵੀ ਸਾਰੀਆਂ ਜਿਹੜੀਆਂ ਸੰਸਥਾਵਾਂ ਉਹ ਘਾਟੇ 'ਚ ਗਈਆਂ, ਤੇ ਸ਼੍ਰੋਮਣੀ ਕਮੇਟੀ ਦਾ ਵੀ ਇੱਦਾਂ ਹੀ ਹੈ। ਤੇ ਹੁਣ ਪਿੱਛੇ ਜੇ ਖਬਰਾਂ ਇਹ ਵੀ ਪ੍ਰਕਾਸ਼ਿਤ ਹੋਈਆਂ ਕਿ ਵੀ ਜਦੋਂ ਟੌੜਾ ਛੱਡ ਕੇ ਗਿਆ ਜੀ ਆ ਕੇ, ਉਦੋਂ ਤਾਂ ਕਿੰਨੇ ਲੱਖ ਦੀਆਂ ਜਿਹੜੀਆਂ ਵੀ ਕੁਦਰਤੀ ਆਫਤ ਜੇ ਕੋਈ ਆਉਂਦੀ ਆ ਤੇ ਉਹਦੇ ਲਈ ਵੀ ਜਿਹੜੀਆਂ ਤਨਖਾਹਾਂ ਵਗੈਰਾ ਜਾਂ ਜਿਹੜਾ ਪ੍ਰਬੰਧ ਚਲਾਉਣ ਖਾਤਰ ਐਫਡੀਆਂ ਕਰਾਈਆਂ ਹੋਈਆਂ ਸੀ ਕਿਸੇ ਆਪ ਵੀ, ਹੁਣ ਉਹ ਵੀ ਪਤਾ ਨਹੀਂ ਕਿੱਧਰ ਗਈਆਂ। ਤੇ ਹੁਣ ਸ਼੍ਰੋਮਣੀ ਕਮੇਟੀ ਦਾ ਹਾਲ ਬੰਦੀ ਦੇ ਕਰਕੇ ਉਹਦੇ ਕਰਕੇ ਜਿਹੜਾ ਆਰਥਿਕ ਤੌਰ ਦੇ ਉੱਤੇ ਫਰਕ ਤਾਂ ਪੈਂਦਾ ਹੀ ਹੈ ਜਦੋਂ ਸੰਗਤ ਦੀ ਆਮਦ ਘਟੀ ਹੈ। ਤੇ ਹਾਲਾਤ ਇਹ ਬਣੇ ਹੋਏ ਆ, ਪਰ ਪ੍ਰਚਾਰਿਆ ਇਸ ਲਈ ਉਲਟ ਜਾ ਰਿਹਾ ਵੀ ਜੇ ਕਿਤੇ ਗੋਲਕਾਂ ਬੰਦ ਹੋ ਜਾਣ, ਆਏ ਦਿਨ ਆਪਾਂ ਨੂੰ ਗੱਲਾਂ ਸੁਣਨ ਨੂੰ ਸੋਸ਼ਲ ਮੀਡੀਆ ਤੇ ਮਿਲਦੀਆਂ ਵੀ ਨਾ ਜੀ ਗੋਲਕ 'ਚ ਰੁਪਈਆ ਨਾ ਪਾਓ ਜੀ, ਜੇ ਗੋਲਕਾਂ ਬੰਦ ਹੋ ਜਾਣ ਤੁਹਾਡੇ ਘਰ ਭਰ ਜਾਣੇ ਆ, ਤੁਹਾਡੇ ਉਹ ਹੋ ਜਾਣੇ ਆ। ਹੁਣ ਇੱਕ ਤਾਂ ਇਹ ਆ ਵੀ ਸਰਕਾਰਾਂ ਨੂੰ ਕੋਸਣ ਦੀ ਬਜਾਏ ਅਗਲਾ ਗੁਰਦੁਆਰਿਆਂ ਦੇ ਦੁਆਲੇ ਹੋ ਜਾਵੇ। ਠੀਕ ਆ, ਹਾਂ ਹਾਲਾਂਕਿ ਉੱਥੇ ਲੱਖ 100 ਜਿਹੜੀਆਂ ਖਾਮੀਆਂ ਉਹ ਹੋਣਗੀਆਂ, ਠੀਕ ਹੈ ਜੀ, ਪਰ ਉਹਦੇ ਬਾਵਜੂਦ ਵੀ ਫਿਰ ਵੀ ਉੱਥੋਂ ਜਿਹੜੇ ਭਲਾਈ ਦੇ ਜਿਹੜੇ ਕਾਰਜ ਚੱਲਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਤੇ ਦੂਜਾ, ਹਾਂਜੀ ਤੁਸੀਂ ਕੁਝ ਬਿਲਕੁਲ ਹੀ ਉਹ ਜਿਹੜੀ ਗੱਲ ਆਪਾਂ ਕੀਤੀ ਹੈ ਨਾ ਵੀ ਇਹ ਵੀ ਖਜ਼ਾਨੇ ਖਾਲੀ ਹੋ ਗਏ, ਹਾਂਜੀ, ਵੀ ਉਹ ਸਿਰਫ ਉਹ ਇੱਕ ਪੱਖ ਆ ਜੀ। ਦੂਜਾ ਪੱਖ ਜਿਹੜਾ ਉਹ ਤੋਂ ਵੀ ਜ਼ਿਆਦਾ ਖਤਰਨਾਕ ਆ ਵੀ ਖਜ਼ਾਨੇ ਦੇ ਚਲੋ ਹੋ ਸਕਦਾ ਵੀ ਸੰਗਤ ਦੁਆਰਾ ਪੈਸੇ ਇਕੱਠੇ ਕਰਕੇ ਭਰ ਲਵੇ ਜੀ। ਜਿਹੜਾ ਦੂਜਾ ਖਤਰਨਾਕ ਕੰਮ ਆ ਉਹ ਹੈਗਾ ਵੀ ਜਿਹੜੇ ਐਸੈਟ ਨੇ ਨਾ, ਜਾਇਦਾਦ ਜਿਹੜੀ ਆ ਗੁਰਦੁਆਰਿਆਂ ਦੀ ਜੀ, ਉਹ ਵੀ ਸਾਰੀ ਦੀ ਸਾਰੀ ਜਿਹੜੀ ਆ ਵੀ ਉਹ ਵੇਚ-ਵੂਚ ਕੇ ਤੇ ਮਸਾਂ ਹੀ ਮਤਲਬ ਵੀ ਜਿਹੜੀ ਨਾ ਮਿਨੀਮਮ ਰਿਕੁਆਇਰਡ ਦਿਖਾਉਣੇ ਲਈ ਆ ਉਹ ਉਹੀ ਛੱਡਣ ਦਾ ਆ ਇਹ। ਤੇ ਉਹਦੀ ਉਦਾਹਰਨ ਇੱਕ ਲੈ ਲਓ ਵੀ ਖਾਲਸਾ ਕਾਲਜ ਜਿਹੜਾ ਆ ਅੰਮ੍ਰਿਤਸਰ ਵਾਲਾ, ਉਹਦੇ ਨਾਲ ਅੱਜ ਤੋਂ 40 ਸਾਲ ਪਹਿਲਾਂ ਜਿੰਨੀ ਜਾਇਦਾਦ ਸੀਗੀ ਵੀ ਜਿਹਦੀ ਇਨਕਮ ਜਿਹੜੀ ਆ ਵੀ ਉਹ ਸਕੂਲ ਕਾਲਜ ਨੂੰ ਚਲਾ ਰਹੀ ਸੀ ਵੀ ਉਹ ਲਾ ਲਓ, ਤੇ ਅੱਜ ਉਹਦੇ ਨਾਂ ਦੇ ਹੇਠ ਕਿੰਨੀ ਕੁ ਆ ਉਹ ਕੰਪੇਅਰ ਕਰ ਲਓ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਸ ਹੱਦ ਤੱਕ ਵੀ ਇਹ ਬੰਦੇ ਜਿਹੜੇ ਆ ਇਹ ਬਾਦਲ ਕੇ ਖਾਸ ਤੌਰ ਦੇ ਉੱਤੇ ਵੀ ਕਿਸ ਹੱਦ ਤੱਕ ਕੌਮ ਨੂੰ ਇਹ ਵੇਚ ਕੇ ਖਾਈ ਜਾਣਦਾ ਹੈ ਜੀ। ਬਿਲਕੁਲ, ਤੋਂ ਬਹੁਤ ਖਤਰਨਾਕ ਇਹ ਡਿਵੈਲਪਮੈਂਟ। ਹਾਂ ਜੀ, ਹੁਣ ਗੱਲ ਆਪਾਂ ਸਿਰਸੇ ਤੋਂ ਸ਼ੁਰੂ ਕੀਤੀ ਕਿ ਸਿਰਸੇ ਵਰਗੀ ਮਾਨਸਿਕਤਾ ਵਾਲੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸਾਡੀਆਂ ਸਿਰਮੌਰ ਸੰਸਥਾਵਾਂ ਦੇ ਉੱਤੇ ਕਾਬਜ਼ ਹੋਣਾ ਸਾਡੇ ਲਈ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਤੇ ਦੂਜੇ ਪਾਸੇ ਸਾਨੂੰ ਜਿਹੜਾ ਸਾਡਾ ਵਿਰੋਧੀ ਆ, ਜਿਹੜਾ ਇਹਨਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਪੂਰੀਆਂ ਸਾਡੀਆਂ ਸੰਸਥਾਵਾਂ ਨੂੰ ਨਿੰਦ ਦਿੰਦਾ, ਉਹ ਤੋਂ ਵੀ ਸਾਨੂੰ ਸੁਚੇਤ ਬਰਾਬਰ ਰਹਿਣ ਦੀ ਲੋੜ ਹੈ। ਕਿਉਂਕਿ ਜਦੋਂ ਅਜਿਹੇ ਲੋਕ ਅਜਿਹੀਆਂ ਕਾਰਵਾਈਆਂ ਕਰਦੇ ਨੇ ਤਾਂ ਉਹਨਾਂ ਨੂੰ ਮੌਕਾ ਮਿਲਦਾ ਕਿ ਉਹ ਸਾਡੀਆਂ ਸੰਸਥਾਵਾਂ ਦੇ ਉੱਤੇ ਚੋਟ ਕਰਨਗੇ। ਇਹਨਾਂ ਦੀ ਲੋੜ ਕੋਈ ਨਹੀਂ। ਹੁਣ ਇਦਾਂ ਹੀ ਅਕਾਲ ਤਖਤ ਸਾਹਿਬ ਹੈ ਜਾਂ ਵੀ ਜਦੋਂ ਅਕਾਲ ਤਖਤ ਸਾਹਿਬ ਦਾ ਕੋਈ ਜਥੇਦਾਰ ਇਹਨਾਂ ਵੱਲੋਂ ਥਾਪਿਆ ਗਿਆ ਬੰਦਾ ਜਿਹੜਾ ਕਿ ਕੋਈ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਪੰਥ ਦੀਆਂ ਸ਼ਰਤਾਂ ਜਾਂ ਜਿਹੜੀਆਂ ਰਵਾਇਤਾਂ ਦੇ ਉੱਤੇ ਖਰਾ ਨਾ ਉਤਰਦਾ ਹੋਵੇ, ਉਹਦੀਆਂ ਜਿਹੜੀਆਂ ਮਾੜੇ ਲਏ ਗਏ ਮਾੜੇ ਫੈਸਲੇ ਆ ਉਹਦੀਆਂ ਕਾਰਵਾਈਆਂ ਕਰਕੇ ਉਹ ਪੂਰੀ ਜਿਹੜੀ ਸੰਸਥਾ ਉਹਨੂੰ ਨਿੰਦ ਕੇ ਤੇ ਉਹਦੀ ਜਿਹੜੀ ਸ਼ਾਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਹ ਵੀ ਆਪਾਂ ਗੱਲ ਅਕਸਰ ਜਿਹੜੀ ਆ ਉਹ ਕਰਦੇ ਰਹੇ ਹਾਂ। ਤੇ ਹੁਣ ਇਹਦੇ ਬਾਵਜੂਦ ਹੁਣ ਜਿੱਦਾਂ ਜੇ ਹੋਵੇ ਵੀ ਸਰਮਾਇਆ, ਜਿਵੇਂ ਉਹ ਕਹਿੰਦੇ ਨੇ ਵੀ 1977 ਦੇ ਵਿੱਚ ਸ਼ਾਇਦ ਮੁਰਾਰਜੀ ਦੇਸਾਈ ਜਦੋਂ ਉਹ ਦਰਬਾਰ ਸਾਹਿਬ ਨੂੰ ਆਇਆ ਤਾਂ ਉਹ ਆ ਕੇ ਉੱਥੇ ਕਹਿੰਦੇ ਜਾਣ ਲੱਗਿਆ, ਕਹਿੰਦਾ ਦੇਖ ਕੇ ਦਰਵਾਜ਼ੇ ਵੀ ਉਹ ਤਾਂ ਦਰਵਾਜ਼ੇ ਉਹ ਉੱਥੇ ਮੰਦਿਰ ਦੇ ਸਾਡੇ ਦੇ ਵੀ ਉੱਥੇ ਸਾਨੂੰ ਜਿਹੜੇ ਦੇ ਦਿੱਤੇ ਜਾਣੇ ਚਾਹੀਦੇ ਆ,
ਤਾਂ ਕਹਿੰਦੇ ਹੁਣ ਉਸ ਸਮੇਂ ਤੇ ਜਿਹੜਾ ਜਥੇਦਾਰ ਸੀ ਹਰਦਿਆਲ ਸਿੰਘ ਸ਼ਾਇਦ, ਤਾਂ ਵੀ ਉਹ ਉੱਥੇ ਹੈ ਨਹੀਂ ਸੀਗੇ, ਤੇ ਜਦੋਂ ਵਾਪਸ ਆਏ ਤਾਂ ਮੁੜ ਕੇ ਉਹਨਾਂ ਨੂੰ ਦੱਸਿਆ ਵੀ ਉਹ ਡਸਾਈ ਦਾ ਦਰਵਾਜ਼ੇ ਮੰਗਦਾ ਦਰਸ਼ਨੀ ਰਿਉੜੀ ਦੇ। ਉਹ ਕਹਿੰਦੇ ਫਿਰ ਉਹਨੂੰ ਕਹਿ ਦਿਓ ਵੀ ਜਿੱਦਾਂ ਅਸੀਂ ਲਏ ਏਦਾਂ ਭਾਈ ਤੂੰ ਲੈ ਜਾ, ਠੀਕ ਹੈ। ਹੁਣ ਚਲੋ ਉਦੋਂ ਤੱਕ ਵੀ ਘੱਟੋ ਘੱਟ ਇਹਨਾਂ ਨੂੰ ਕੋਈ ਜਵਾਬ ਦਿੰਦਾ ਸੀ, ਪਰ ਹੁਣ ਤਾਂ ਇਹ ਆ ਵੀ ਹੁਣ ਜਿਹੜਾ ਹੁਕਮਰਾਨ ਹੈ ਜਾਂ ਸੱਦਾ ਦੁਸ਼ਮਣ ਆ ਉਹਨੂੰ ਸਿੱਧਾ ਕੁਝ ਵੀ ਕਹਿਣ ਦੀ ਲੋੜ ਨਹੀਂ। ਹੁਣ ਉਹਨਾਂ ਨੇ ਆਪਣੇ ਕਰਿੰਦੇ ਜਿਹੜੇ ਆ ਉਹ ਸਿੱਖੀ ਸਰੂਪ ਦੇ ਵਿੱਚ ਸਾਡੇ ਗੁਰਦੁਆਰਿਆਂ ਦੇ ਵਿੱਚ ਉਹ ਵੀ ਪ੍ਰਧਾਨਗੀਆਂ ਸਕੱਤਰੀਆਂ ਦੇ ਕੇ ਬਿਠਾਲ ਦਿੱਤੇ ਹੋਏ ਆ, ਤੇ ਜਿਨ੍ਹਾਂ ਨੂੰ ਜਿਹੜੀ ਕੌਮ ਆ ਉਹ ਡਿਫੈਂਡ ਕਰਦੀ ਆ ਉਹ ਵੀ ਬਾਹਰੋਂ। ਉੱਥੇ ਹਾਲੇ ਵੀ ਜਿਹੜੇ ਬਹੁਤ ਸਾਰੇ ਸਾਡੇ ਭੇਸ਼ ਵਾਲੇ ਬੰਦੇ ਛੋਟੇ ਛੋਟੇ ਕੰਮਾਂ ਖਾਤਰ ਇਹਨਾਂ ਦੀ ਜੀ ਹਜ਼ੂਰੀ ਕਰਦੇ ਜਿਹੜੇ ਆ ਉਹ ਸਾਨੂੰ ਆਮ ਨਜ਼ਰ ਆ ਜਾਣੇ ਆ। ਸੋ ਜਾਣੀ ਕੌਮ ਨੂੰ ਦੋ ਪਾਸੇ ਤੇ ਨਹੀਂ ਕਈ ਪਾਸੇ ਤੋਂ ਜਿਹੜੀ ਮਾਰ ਆ ਉਹ ਸਾਨੂੰ ਪੈ ਰਹੀ ਹੈ, ਤੇ ਸਾਰੇ ਪਾਸੇ ਤੋਂ ਸਾਨੂੰ ਜਿਹੜਾ ਉਹ ਸੁਚੇਤ ਹੋਣਾ ਬੜਾ ਜ਼ਰੂਰੀ ਹੈ। ਤੇ ਸਾਡੀਆਂ ਸੰਸਥਾਵਾਂ ਬੜਾ ਜਿਹੜਾ ਵਧੀਆ ਰੋਲ ਸਾਡੇ ਕੌਮ ਦੀ ਭਲਾਈ ਦੇ ਲਈ ਕਰ ਸਕਦੀਆਂ, ਖਾਸ ਕਰਕੇ ਕਿਉਂਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸਾਡੇ ਕੋਲ ਕੋਈ ਆਪਣਾ ਰਾਜ ਭਾਗ ਨਹੀਂ। ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਇੱਕ ਸਾਡੀ ਜਿਹੜੀ ਘੱਟ ਗਿਣਤੀ ਕੌਮ ਹੈ, ਇਹਦੇ ਕੋਲ ਆਪਣਾ ਰਾਜ ਭਾਗ ਕਿਸੇ ਖੇਤਰ ਦੇ ਵਿੱਚ ਹੈ ਨਹੀਂ, ਕੋਈ ਦਬਦਬਾ ਨਹੀਂ ਇਹਦਾ ਜਿੱਥੋਂ ਇਹ ਆਪਣੀਆਂ ਜਿਹੜੀਆਂ ਸਾਰੀਆਂ ਈਵਨ ਆਪਣੀ ਹੋਂਦ ਬਚਾਉਣ ਦੀਆਂ ਜਿਹੜੀਆਂ ਲਹਿਰਾਂ ਉਹਨਾਂ ਨੂੰ ਵੀ ਲਾਮਬੰਦ ਕਰ ਸਕੇ। ਤੇ ਸਾਡਾ ਇਤਿਹਾਸ ਵੀ ਦੱਸਦਾ ਕਿ ਜਿੰਨੀਆਂ ਲਹਿਰਾਂ ਅਸੀਂ ਆਪਣੀ ਹੋਂਦ ਨੂੰ ਬਚਾਉਣ ਲਈ, ਆਪਣੀ ਅਣਖ ਇੱਜ਼ਤ ਤੇ ਆਬਰੂ ਨੂੰ ਬਚਾਉਣ ਲਈ ਅਸੀਂ ਗੁਰਦੁਆਰਿਆਂ 'ਚੋਂ ਲਾਮਬੰਦ ਕੀਤੀਆਂ, ਤੇ ਸਾਡੇ ਗੁਰਦੁਆਰੇ ਹੀ ਸਾਡੇ ਮੇਨ ਸਾਡੇ ਧੁਰੇ ਵਜੋਂ ਵਿਚਰਦੇ ਆਏ ਆ, ਜਿਹਦੇ ਦੁਆਰੇ ਜਿਹੜੀ ਕੌਮ ਹੈ ਉਹ ਬੜੇ ਤੋਂ ਬੜੀ ਜਿਹੜੀ ਵਿਪਤਾ ਤੋਂ ਬਾਅਦ ਇਕੱਠੀ ਹੋ ਕੇ ਫਿਰ ਮੁੜ ਸੁਰਜੀਤ ਹੋ ਕੇ ਜਿਹੜੀ ਆ ਉਹ ਵਿਚਰਦੀ ਰਹੀ ਹੈ। ਤੇ ਇਸੇ ਕਰਕੇ ਜਿਹੜਾ ਦੁਸ਼ਮਣ ਦੇ ਨਿਸ਼ਾਨੇ ਦੇ ਉੱਤੇ ਗੁਰਦੁਆਰਾ ਜਿਹੜਾ ਉਹ ਹਮੇਸ਼ਾ ਰਿਹਾ। ਤਾਂ ਸਾਨੂੰ ਦੋਵੇਂ ਪਾਸੇ ਜਾਣੀ ਇੱਕ ਮਾੜੇ ਪ੍ਰਬੰਧ ਤੋਂ ਜਿੱਥੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਤੋਂ ਨਿਜਾਤ ਕੌਮ ਨੂੰ ਮਿਲੇ, ਤੇ ਦੂਜੇ ਪਾਸੇ ਸਾਨੂੰ ਇਹਨਾਂ ਦੇ ਜਿਹੜਾ ਕੂੜ ਪ੍ਰਚਾਰ ਆ ਉਹ ਤੋਂ ਵੀ ਸਾਨੂੰ ਜਿਹੜਾ ਬਚਣਾ ਬੜਾ ਜ਼ਰੂਰੀ ਹੈ। ਬਿਲਕੁਲ, ਕਿਉਂਕਿ ਉਹਦੇ ਨਾਲ ਜਿਹੜੀ ਹੈ ਨਾ ਮੇਨ ਖਾਮੀ ਜਿਹੜੀ ਆ ਉਹ ਇਸ ਚੀਜ਼ ਦੀ ਆ ਵੀ ਸਾਡੇ ਕੋਲੇ ਰਿਕਾਰਡ ਵੀ ਹੈ ਨਹੀਂਗੇ ਚੀਜ਼ਾਂ ਦੇ, ਵੀ ਜਿੱਦਾਂ ਹੁਣ 84 ਵੇਲੇ ਅਸੀਂ ਕਹਿੰਦੇ ਆ ਵੀ ਇੰਨਾ ਕੁਝ ਲੁੱਟਿਆ ਗਿਆ ਜੀ, ਜੇ ਰਿਕਾਰਡ ਲੱਭੋ ਤੇ ਰਿਕਾਰਡ ਨਹੀਂ ਲੱਭਦੇ ਵੀ 84 ਤੋਂ ਪਹਿਲਾਂ ਸਾਡੇ ਕੋਲੇ ਕੀ ਕੁਛ ਸੀਗਾ ਜੀ, ਭਈ ਕਿਹੜੀਆਂ ਕਿਤਾਬਾਂ ਕਿਹੜੇ ਮੈਨੂਸਕ੍ਰਿਪਟ ਗਾਇਬ ਹੋ ਗਏ ਆ ਜਾਂ ਜਿਹੜੇ ਕਲੇਮ ਕੀਤੇ ਜਾਂਦੇ ਵੀ ਸਾੜ ਦਿੱਤੇ ਗਏ, ਤੇ ਕਿਹੜੀਆਂ ਚੀਜ਼ਾਂ ਤੋਸ਼ੇਖਾਨੇ ਦੇ ਵਿੱਚ ਸੀਗੀਆਂ ਵੀ ਜਿਹੜੀਆਂ ਚੱਕ ਕੇ ਲੈ ਗਏ ਆ, ਵੀ ਜਾਂ ਜੋ ਵੀ ਉਹਨਾਂ ਦੇ ਨਾਲ ਹੋਇਆ ਆ ਖੁਰਦ-ਬੁਰਦ ਹੋ ਗਈਆਂ, ਉਹ ਜੇ ਸਾਡੇ ਕੋਲੇ ਰਿਕਾਰਡ ਹੋਣ ਤੇ ਤਾਂ ਹੀ ਅਸੀਂ ਕਲੇਮ ਕਰ ਸਕਦੇ ਹਾਂ ਵੀ ਹਾਂ ਭਾਈ ਵੀ 84 ਤੋਂ ਪਹਿਲਾਂ ਆ ਸੀਗਾ, ਉਹ ਤੋਂ ਬਾਅਦ ਹੈ ਨਹੀਂਗਾ। ਸੋ ਇਹ ਕਿੱਥੇ ਆ? ਹੁਣ ਪਿੱਛੇ ਜੇ ਫਿਰ ਇੱਕ ਕਮੇਟੀ ਬਣੀ ਸੀ, ਜਦੋਂ ਕਹਿੰਦੇ ਫੌਜ ਨਾਲ ਗੱਲ ਹੋਈ, ਫੌਜ ਕਹਿੰਦੀ ਅਸੀਂ ਵਾਪਸ ਕਰਦੇ, ਤੇ ਇਹਨਾਂ ਨੇ ਇਨਕਾਰ ਵੀ ਨਹੀਂ ਕਰਿਆ ਤੇ ਇੱਕ ਕਮੇਟੀ ਬਣਾ ਦਿੱਤੀ ਆ। ਤੋਂ ਅੱਜ ਤੱਕ ਮੇਰੇ ਖਿਆਲ 'ਚ ਨਹੀਂ ਕੋਈ ਉਹਦੀ ਰਿਪੋਰਟ ਕਮੇਟੀ ਦੀ ਆਈ ਜਿਹਨੇ ਦੱਸਿਆ ਵੀ ਕਿਆ ਸਾਡਾ 84 ਦੇ ਵਿੱਚ ਗੈਪ ਹੋਇਆ ਤੇ ਕਿਆ ਸਾਨੂੰ ਜਿਹੜਾ ਉਹ ਵਾਪਸ ਮਿਲ ਗਿਆ। ਤੇ ਉਹ ਤੋਂ ਬਾਅਦ ਵਿੱਚ ਫਿਰ ਕੁਝ ਗੱਲ ਚੱਲੀ ਵੀ ਚੋਰੀ ਹੋ ਕੇ ਕੁਝ ਚੀਜ਼ਾਂ ਜਿਹੜੀਆਂ ਇੰਗਲੈਂਡ ਕਿਵੇਂ ਚਲੇ ਗਈਆਂ ਤੇ ਆਲੇ ਦੁਆਲੇ ਚਲੇ ਗਈਆਂ। ਇਹ ਨਿਰੰਤਰ ਜਾਣੀ ਇਹਨਾਂ ਦੀ ਨਾਕਾਮੀ ਦੀਆਂ ਜਿਹੜੀਆਂ ਖਬਰਾਂ ਉਹ ਨਿਰੰਤਰ ਸਾਨੂੰ ਸੁਣਨ ਨੂੰ ਮਿਲਦੀਆਂ, ਜਿਹੜੀ ਕਿ ਸਾਨੂੰ ਨਿਰਾਸ਼ ਕਰਦੀਆਂ। ਤੇ ਇੱਥੋਂ ਹੀ ਜ਼ਾਹਰ ਹੁੰਦਾ ਕਿ ਸਾਡੀ ਕੌਮ ਸੁੱਤੀ ਪਈ ਆ, ਜਿਹੜੀ ਇਹੋ ਜਿਹੇ ਇੱਕ ਨਲਾਇਕ ਬੰਦਿਆਂ ਦੇ ਹੱਥਾਂ ਦੇ ਵਿੱਚ ਅਸੀਂ ਪ੍ਰਬੰਧ ਦਿੱਤਾ ਹੋਇਆ। ਇਹਦੇ ਉਲਟ ਵੀ ਜੇ ਤੁਸੀਂ ਨਾ ਦੇਖੋ ਵੀ ਬ੍ਰਿਟਿਸ਼ ਮਿਊਜ਼ੀਅਮ ਆ ਜੀ, ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਪੱਛਮ ਦੀਆਂ ਹੈਗੀਆਂ ਆ ਜਗ੍ਹਾ ਵੀ ਜਿੱਥੇ ਇਹਨਾਂ ਦੇ ਸਮਾਨ ਜਿਹੜੇ ਆ ਵੀ ਉਹ ਇਕੱਠੇ ਕੀਤੇ ਜਾਂਦੇ ਜੀ, ਉਹਦੀਆਂ ਤੁਸੀਂ 500 ਸਾਲ ਪਹਿਲਾਂ ਦੀਆਂ ਵੀ ਕੱਢ ਸਕਦੇ ਆ ਵੀ 500 ਸਾਲ ਪਹਿਲਾਂ ਦੇ ਇਹ ਰਿਕਾਰਡ ਕੀ ਆ ਜੀ, ਤੇ ਜਾਂ ਆਹ ਜਿਹੜੀ ਚੀਜ਼ ਆ ਇਸ ਮਿਊਜ਼ੀਅਮ ਦੇ ਵਿੱਚ ਕਦੋਂ ਆਈ ਜੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਕਮ ਸੇ ਕਮ ਸਾਨੂੰ ਹੁਣ ਵੀ ਇਹ ਜੇ ਵੀ ਜਿੱਦਾਂ ਕਹਿੰਦੇ ਨਾ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਭਈ ਜੋ ਹੋ ਗਿਆ ਸੋ ਹੋ ਗਿਆ ਜੀ, ਪਰ ਕਮ ਸੇ ਕਮ ਹੁਣ ਤੋਂ ਜਿਹੜੇ ਆ ਵੀ ਰਿਕਾਰਡ ਜਿਹੜੇ ਆ ਉਹ ਅਸੀਂ ਮੈਨੇਜ ਕਰਨੇ ਸ਼ੁਰੂ ਕਰੀਏ ਤਾਂ ਕਿ ਸਾਨੂੰ ਆਪਣੀ ਕੌਮੀ ਮਲਕੀਅਤ ਦਾ ਤੇ ਪਤਾ ਹੋਵੇ। ਬਿਲਕੁਲ, ਨਹੀਂ ਤਾਂ ਉਹ 10 ਸਾਲਾਂ ਬਾਅਦ 15 ਸਾਲਾਂ ਬਾਅਦ ਹਵਾ ਦੇ ਵਿੱਚੋਂ ਹੀ ਮੈਨੂਸਕ੍ਰਿਪਟ ਜਿਹੜੇ ਆ ਵੀ ਉਹ ਕੱਢਣ ਲੱਗ ਪੈਂਦੇ ਆ, ਭਈ ਆਹ ਜੀ ਮੈਨੂਸਕ੍ਰਿਪਟ ਇਦਾਂ ਆ ਕੇ ਆਇਆ, ਉਹ ਇੱਕ ਜਿਹੜਾ 1240 ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਿਆ ਹੋਇਆ, ਉਹਦੀ ਉਦਾਂ ਹੀ ਕਹਾਣੀ ਬਣਾਈ ਹੋਈ ਅਖੇ ਉਹ ਜੀ ਜਿਹੜੇ ਆ ਇੱਥੇ ਸੀਗਾ ਦੂਸਰਾ ਉਹ ਜਿਹੜਾ ਰੱਦੀ ਵਾਲਾ ਨਹੀਂ ਹੁੰਦਾ ਵੀ ਉਹ ਅਖੇ ਜੀ ਏਦਾਂ ਜਿਹੜਾ ਰੱਦੀ ਦਾ ਸਮਾਨ ਏਦਾਂ ਇਕੱਠਾ ਕਰਦਾ ਸੀ ਵੀ ਉਹਦੇ ਕੋਲੇ ਏਦਾਂ ਮੈਨੂਸਕ੍ਰਿਪਟ ਪੁੱਛਿਆ, ਉਹਨੇ ਅਖੇ ਪੁੱਛਿਆ ਵੀ ਜਿਹੜਾ ਉਹਨੂੰ ਵੇਚ ਕੇ ਗਿਆ ਸੀਗਾ ਵੀ ਰੱਦੀ ਦੇ ਵਿੱਚ ਵੀ ਤੂੰ ਕਿੱਥੋਂ ਲਿਆ, ਉਹਨੇ ਫਲਾਣੇ ਨੇ ਦੱਸਿਆ ਵੀ ਫਲਾਣੇ ਪਿੰਡ ਦੇ ਵਿੱਚ ਮੈਂ ਰੱਦੀ ਇਕੱਠੀ ਕੀਤੀ ਵੀ ਉੱਥੋਂ ਕਿਤੋਂ ਆਇਆ। ਉੱਥੇ ਉਹ ਪਤਾ ਕਰਦਾ ਜੀ ਏਦਾਂ ਗਿਆ, ਉੱਥੇ ਇਹ ਜਾ ਕੇ ਉਹਨੂੰ ਪਤਾ ਲੱਗਿਆ ਵੀ ਉਹ ਹੈਦਰਾਬਾਦ ਤੋਂ ਅਖੇ ਕੋਈ ਪਰਿਵਾਰ ਹੈ ਏਦਾਂ ਆਇਆ ਸੀਗਾ। ਹੈਦਰਾਬਾਦ ਤੇ ਕਿੱਥੇ ਗਿਆ ਸੀਗਾ ਉਹ ਜੀ 47 ਦੇ ਵਿੱਚ ਜਦੋਂ ਪਾਕਿਸਤਾਨ ਚ ਉੱਜੜ ਕੇ ਉਹ ਹੈਦਰਾਬਾਦ ਅਖੇ ਜਾ ਕੇ ਤੇ ਸੈਟਲ ਹੋ ਗਈ। ਸੋ ਏਦਾਂ ਦੀਆਂ ਕਹਾਣੀਆਂ ਘੜ ਕੇ ਇੱਕ ਜਿਹੜਾ ਬਿਲਕੁਲ ਹੀ ਮਨਮਤੀ ਜਿਹੜਾ ਹੈਗਾ ਵੀ ਜਿਹੜਾ ਕਲੀਅਰ ਦਿਖਣ ਦਿਆ ਵੀ ਇਹ ਸਿੱਖਾਂ ਤੇ ਹਮਲਾ ਕਰਨ ਲਈ ਸਿੱਖ ਜਿਹੜੀ ਸਿੱਖ ਮੱਤ ਆ ਵੀ ਸਿੱਖ ਸਿਧਾਂਤ ਜਿਹੜੇ ਆ ਉਹਨਾਂ ਦੇ ਉੱਤੇ ਹਮਲਾ ਕਰਨ ਲਈ ਇਹ ਕ੍ਰੀਏਟ ਕੀਤਾ ਗਿਆ ਤੇ ਉਹਦੇ ਪਿੱਛੇ ਏਦਾਂ ਦੀਆਂ ਕਹਾਣੀਆਂ ਜੋੜ ਕੇ ਤੇ ਉਹ ਜਿਹੜਾ ਵੀ ਸਾਡੇ ਹਾਂਜੀ ਬਿਲਕੁਲ ਹੁਣ ਜਿੰਨੀ ਦੇਰ ਤੱਕ ਸਾਡੇ ਕੋਲ ਜਿਹੜੇ ਅਸਲੀ ਸਰੋਤ ਉਹ ਮੌਜੂਦ ਹੋਣਗੇ ਉਨੀ ਦੇਰ ਇਹੋ ਜਿਹੀਆਂ ਦੀ ਹੋਂਦ ਜਿਹੜੀ ਆ ਉਹ ਆਪੇ ਜਿਹੜੀ ਆ ਉਹ ਸਵੀਕਾਰੀ ਨਹੀਂ ਜਾਣੀ। ਠੀਕ ਆ ਵੀ ਪਹਿਲਾਂ ਜਿਹੜੇ ਅਸਲ ਸਰੋਤ ਆ ਉਹਨਾਂ ਨੂੰ ਗਾਇਬ ਕਰ ਦਿਓ ਤੇ ਫਿਰ ਇਦਾਂ ਦੀਆਂ ਜਿਹੜੀਆਂ ਮਨੋਕਲਪਿਤ ਉਹ ਲਿਆ ਕੇ ਉਹਨੂੰ ਤੁਸੀਂ ਸਥਾਪਿਤ ਕਰ ਦਿਓ। ਇਹਦੇ ਨਾਲ ਹੀ ਜਿਹੜੀ ਆ 1240 ਤੋਂ ਮੈਨੂੰ ਧਿਆਨ ਆਇਆ ਹੈਗਾ ਵੀ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਆ ਖਾਲਸਾ ਕਾਲਜ ਦੀ ਜਾਇਦਾਦ ਦੀ ਜੀ, ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਇਹ ਸਾਰੀ ਦੀ ਸਾਰੀ ਖਾਲਸਾ ਕਾਲਜ ਦੀ ਜ਼ਮੀਨ ਦੇ ਵਿੱਚ ਬਣੀ ਆ ਜੀ, ਔਰ ਇਹ ਖਾਲਸਾ ਕਾਲਜ ਨੇ ਜ਼ਮੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤੀ ਜੀ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਬਿਨਾਂ ਮਤਲਬ ਇਹ ਨਹੀਂ ਵੀ ਇਹ ਵੀ ਪੈਸੇ ਲੈ ਕੇ ਦਿੱਤੀ
ਦੇਤੀ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਬਣ ਰਹੀ ਹੈ ਯੂਨੀਵਰਸਿਟੀ, ਇਸ ਕਰਕੇ ਵੀ ਸਿੱਖਾਂ ਦੀ ਆ, ਸਿੱਖਾਂ ਦੀ ਜ਼ਮੀਨ ਜਿਹੜੀ ਉਹ ਦੇ ਦਿੱਤੀ ਜਾਵੇ, ਉਹ ਦੇ ਦਿੱਤੀ ਜਾਵੇ। ਭਈ ਸਰਕਾਰ ਕੋਲੇ ਘਾਟ ਸੀਗੀ ਜ਼ਮੀਨਾਂ ਦੀ, ਸੋ ਉਹ ਜਿਹੜੇ ਫੈਸਲੇ ਆ ਨਾ ਇਦਾਂ ਦੇ ਵੀ ਜਿਹੜੇ ਸਾਨੂੰ ਇਮੋਸ਼ਨਲ ਕਰਕੇ ਸਾਡੇ ਤੋਂ ਕਰਵਾਤੇ ਜਾਂਦੇ ਆ, ਉਹ ਸਾਰਾ ਕੁਝ ਜਿਹੜਾ ਆ ਵੀ ਉਹ ਸਾਡੇ ਹੀ ਕਹਿ ਲਓ ਵੀ ਪੈਰ ਦੇ ਉੱਤੇ ਸਾਡੇ ਤੋਂ ਘੁਲਾੜੀਆਂ ਮਰਵਾ ਰਹੇ ਆ। ਤੇ ਜੇ ਅਸੀਂ ਭਵਿੱਖ ਦਾ ਸੋਚ ਕੇ ਤੇ ਜਿਹੜਾ ਜਮਾ ਘਟਾਓ ਨਹੀਂ ਨਾ ਕਰਦੇ ਤੇ ਉਹਦੇ ਨਾਲ ਅਸੀਂ ਪਛਤਾਵੇ ਦੇ ਇਲਾਵਾ ਹੋਰ ਸਾਡੇ ਹੱਥ ਨੂੰ ਬਚਣਾ ਨਹੀਂ। ਜੀ ਬਿਲਕੁਲ ਬਿਲਕੁਲ ਜੀ, ਇਹ ਬੜੇ ਲੰਬੇ ਵਿਸ਼ੇ ਹੈ ਜੀ, ਤੇ ਖਾਸ ਕਰਕੇ ਸਾਡੀ ਕਈ ਵਾਰੀ ਸਾਡੀ ਧਰੋਹਰ, ਸਾਡਾ ਜਿਹੜਾ ਸਰਮਾਇਆ ਉਹ ਵਰਤ ਕੇ ਉਹਨੂੰ ਸਾਡੇ ਖਿਲਾਫ ਹੀ ਫਿਰ ਬਾਅਦ ਦੇ ਵਿੱਚ ਉਹਨੂੰ ਵਰਤਿਆ ਜਾ ਰਿਹਾ ਹੁੰਦਾ, ਕਿਉਂਕਿ ਜਦੋਂ ਸਾਡਾ ਕੰਟਰੋਲ ਹੀ ਨਹੀਂ ਰਹਿੰਦਾ ਉਹਨਾਂ ਚੀਜ਼ਾਂ ਦੇ ਉੱਤੇ ਤੇ ਅਸੀਂ ਆਪਣੀਆਂ ਬੇਵਜ੍ਹਾ ਆਪਣੀਆਂ ਜਿਹੜੀਆਂ ਜਾਇਦਾਦਾਂ ਉਹ ਵੀ ਇਹਨਾਂ ਨੂੰ ਆਪਣੇ ਜਿਹੜੀ ਆ ਸ਼ਰਧਾ ਬਸ ਹੋ ਕੇ ਤੁਸੀਂ ਕਹਿ ਲਓ ਅਸੀਂ ਉਹਨਾਂ ਨੂੰ ਦੇ ਦਿੰਦੇ ਆ ਤੇ ਉਹੀ ਸਾਡੇ ਖਿਲਾਫ ਜਿਹੜਾ ਫਿਰ ਬਾਅਦ ਦੇ ਵਿੱਚ ਵਰਤਿਆ ਜਾਂਦਾ। ਸੋ ਆਪਾਂ ਆਸ ਕਰਦੇ ਹਾਂ ਕਿ ਜ਼ਰੂਰ ਸਾਡੇ ਸਰੋਤੇ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਰੱਖ ਕੇ ਕੋਈ ਵੀ ਜਿਹੜੀ ਸਵੈ ਪੜਚੋਲ ਕਰਕੇ ਆਪਣੀ ਕੌਮ ਦੇ ਵਿੱਚ ਜਿਹੜੀ ਜਾਗਰਤੀ ਆ ਉਹ ਫੈਲਾਉਣ ਦਾ ਯਤਨ ਕਰਨਗੇ, ਕਿਉਂਕਿ ਸਾਨੂੰ ਬਹੁਤ ਪਾਸੇ ਤੋਂ ਜਿਹੜੇ ਸਾਡੇ 'ਤੇ ਹਮਲੇ ਹੋ ਰਹੇ ਨੇ ਤੇ ਉਹਨਾਂ ਦੇ ਪ੍ਰਤੀ ਸਾਨੂੰ ਚਾਰੇ ਪਾਸੇ ਜਿਹੜੀ ਆ ਉਹ ਸੁਚੇਤਤਾ ਦੇ ਨਾਲ ਵਿਚਰਨਾ ਚਾਹੀਦਾ। ਤੋਂ ਅਗਲੀ ਗੱਲ ਜਿਹੜੀ ਆਪਾਂ ਹੁਣ ਹਾਂਜੀ, ਉਹ ਦੂਜਾ ਤੁਸੀਂ ਹਮਲੇ ਦੀ ਗੱਲ ਕੀਤੀ ਆ ਵੀ ਹਮਲਾ ਇੱਕ ਜਿਹੜਾ ਆ ਵੀ ਹੁਣ ਜਿਹੜੇ ਸਿੱਖੀ ਸਰੂਪ ਦੇ ਵਿੱਚ ਹੀ ਹਮਲੇ ਕਰਨੇ ਵਾਲੇ ਆ ਜੀ, ਉਹਨਾਂ ਦੇ ਵਿੱਚ ਹੁਣ ਆਪਾਂ ਇੰਦਰ ਸਿੰਘ ਘੱਗਾ ਦਾ ਨਾਂ ਵੀ ਜੋੜ ਦਈਏ। ਹਾਂਜੀ, ਕਿਉਂਕਿ ਪਹਿਲਾਂ ਚੇਤੇ ਹੋਣਾ ਸਰੋਤਿਆਂ ਨੂੰ ਵੀ ਉਹਨਾਂ ਨੇ ਜਿਹੜਾ ਬਾਣੀ ਦੇ ਵਿੱਚ ਸ਼ਬਦ ਆਉਂਦਾ ਖਸਮ ਜੀ, ਉਹਦੇ ਅਰਥ ਬਲਾਤਕਾਰੀ ਕੀਤੇ ਜੀ, ਜਿਹਦੇ ਵਿੱਚ ਵੀ ਚੰਗੀ ਉਹਨਾਂ ਦੀ ਲਾਭਾ ਵੀ ਹੋਈ ਸੀਗੀ ਤੇ ਮਤਲਬ ਜਿਹੜੀ ਉਹਨਾਂ ਦੀ ਆਪਣੀ ਕਹਿ ਲਓ ਵੀ ਗਿਆਨ ਦੀ ਹਾਲਤ ਆ ਉਹਨਾਂ ਦੀ, ਤੇ ਉਹਦੇ ਉੱਤੇ ਵੀ ਸਵਾਲ ਜਿਹੜੇ ਆ ਵੀ ਕਈ ਲੱਗੇ ਸੀ ਵੀ ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਵੀ ਜਿਹੜਾ ਮਤਲਬ ਵੀ ਇੱਕ ਡਿਕਸ਼ਨਰੀ ਚੱਕ ਕੇ ਦੇਖ ਕੇ ਤੇ ਜੱਜ ਕੀਤਾ ਜਾ ਸਕਦਾ, ਵੀ ਕਨਫਰਮ ਕੀਤਾ ਜਾ ਸਕਦਾ ਵੀ ਇਹ ਸਹੀ ਆ ਕਿ ਗਲਤ ਆ, ਤੇ ਉਹੋ ਹੀ ਮਤਲਬ ਜਿਹੜਾ ਆ ਵੀ ਉਹ ਤੇ ਸਿਰ ਅੜਾਈ ਗਿਆ। ਹੁਣ ਉਹਨਾਂ ਨੇ ਨਵਾਂ ਸ਼ੋਸ਼ਾ ਛੱਡ ਦਿੱਤਾ ਆ ਵੀ ਅਖੇ ਵੀ ਅਰਦਾਸ ਜਿਹੜੀ ਆ ਉਹਦੀ ਅਖੇ ਵਿਆਖਿਆ ਕਰਦਿਆਂ ਵੀ ਅਰਦਾਸ ਨੂੰ ਕਸਮ ਦੇ ਬਰਾਬਰ ਜਿਹੜਾ ਆ ਉਹ ਗਰਦਾਨ ਦਿੱਤਾ ਵੀ ਕਸਮ ਤੇ ਅਰਦਾਸ 'ਚ ਕੋਈ ਫਰਕ ਹੀ ਹੈ ਨਹੀਂ ਜੀ, ਦੋਵਾਂ ਨੂੰ ਰਲ ਗੱਡ ਕਰ ਦਿੱਤਾ, ਸ਼ਬਦ ਕਸਮ ਨੂੰ ਤੇ ਅਰਦਾਸ ਨੂੰ ਜੀ। ਤੇ ਉਹ ਹੁਣ ਉਹ ਸਾਰਾ ਜਿਹੜਾ ਹੈਗਾ ਆ ਵੀ ਬਹੁਤ ਇੱਕ ਗੁੱਝਾ ਅਟੈਕ ਆ ਭਈ, ਜਿਹਦੇ ਬਾਰੇ ਮੇਰਾ ਖਿਆਲ ਵੀ ਜਿਨ੍ਹਾਂ ਨੇ ਨਹੀਂ ਸੁਣੀ ਉਹ ਆਪਣੇ ਗੁਰਦਾਸ ਸਿੰਘ ਢਿੱਲੋਂ ਹੋਣਾ ਦੀ ਜਿਹੜੀ ਆ ਸੈਣੀ ਵਾਲੇ ਮਸਲੇ ਦੇ ਉੱਤੇ ਮੇਰਾ ਖਿਆਲ 30-35 ਮਿੰਟ ਦੀ ਆ ਰਿਕਾਰਡਿੰਗ, ਉਹ ਜ਼ਰੂਰ ਸੁਣ ਲਿਓ ਵੀ ਉਹਦੇ ਵਿੱਚ ਉਹ ਇੱਕ ਸਟੇਟਮੈਂਟ ਜਿਹੜੀ ਦਿੰਦੇ ਆ ਨਾ, ਉਹ ਕਹਿੰਦੇ ਵੀ ਅਜੇ ਤੱਕ ਵੀ ਜਿਹੜਾ ਦੁਸ਼ਮਣ ਆ ਸਾਡਾ ਉਹਦਾ ਜ਼ੋਰ ਇਤਿਹਾਸ ਨੂੰ ਤੋੜ ਮਰੋੜਨ ਦੇ ਉੱਤੇ ਤੇ ਹੋਰ ਸਾਰੇ ਜਿਹੜੇ ਪੱਖ ਆ ਉਹਨਾਂ ਤੇ ਲੱਗਾ ਹੋਇਆ ਸੀ। ਹੁਣ ਕਹਿੰਦੇ ਵੀ ਅਗੇ ਵੀ ਉਹ ਜ਼ੋਰ ਜਿਹੜਾ ਆ ਵੀ ਉਹਨਾਂ ਦਾ ਇਸ ਚੀਜ਼ ਤੇ ਲੱਗਿਆ ਆ ਵੀ ਸਿੱਖ ਜਿਹੜਾ ਆ ਵੀ ਉਹਨੂੰ ਗੁਰੂ ਦੇ ਨਾਲੋਂ ਕਿਵੇਂ ਤੋੜ ਦਿਓ। ਹਾਂ ਠੀਕ ਹੈ, ਪਹਿਲਾਂ ਆਪਾਂ ਦੇਖਦੇ ਹਾਂ ਵੀ ਪਾਸਟ ਦੇ ਵਿੱਚ ਵੀ ਸਾਡੇ ਇਹ ਜਿਹੜੇ ਯਤਨ ਆ ਸਾਡੇ ਨਾਲ ਹੁੰਦੇ ਰਹੀਆਂ ਵੀ ਜਿਵੇਂ ਵੀ ਗੁਰੂ ਸ਼ਬਦ ਕਹਿਣ ਦੀ ਬਜਾਏ ਗੁੜ ਹਨਾ, ਵੀ ਗੁੜ ਕਹਿਣ ਤੇ ਵੀ ਪਾਬੰਦੀ ਲਾ ਦੋ ਵੀ ਤਾਂ ਜੋ ਗੁੜ ਦੇ ਨਾਲ ਵੀ ਇਹਨਾਂ ਦੇ ਮੂੰਹ ਗੁਰੂ ਨਿਕਲ ਜਾਂਦਾ। ਉੱਥੇ ਵੀ ਜਿਹੜੀ ਮਾਨਸਿਕਤਾ ਹੁਕਮਰਾਨ ਸੀ ਉਹੀ ਕੰਮ ਕਰਦੀ ਸੀ, ਸਿੱਖ ਤੇ ਗੁਰੂ ਦੇ ਵਿੱਚ ਵਿੱਥ ਕਿਵੇਂ ਪਾਈ ਜਾਵੇ, ਕਿਵੇਂ ਜਿਹੜਾ ਸਿੱਖ ਦਾ ਸ਼ਰਧਾ, ਸਿੱਖ ਦਾ ਜਿਹੜਾ ਸਾਰਾ ਸਮਰਪਣ ਆ ਉਹ ਗੁਰੂ ਨੂੰ ਵੀ ਉਹਨੂੰ ਕਿਵੇਂ ਅਸੀਂ ਜਿਹੜਾ ਉਹਦੇ ਵਿੱਚ ਦਰਾੜ ਪਾ ਕੇ ਉਹਦੇ ਤੋਂ ਉਹਨੂੰ ਜਿਹੜਾ ਉਹ ਦੂਰ ਕੀਤਾ ਜਾਵੇ। ਸੋ ਇਸ ਕਰਕੇ ਵੀ ਦੁਸ਼ਮਣ ਦਾ ਭੇਸ਼ ਬਦਲ ਰਿਹਾ ਤੇ ਉਹ ਆਪਣੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਉਹਨੇ ਜਿਹੜਾ ਯਤਨ ਆ ਉਹੀ ਉਹਨੇ ਜਾਰੀ ਰੱਖੇ ਹੋਏ ਨੇ। ਬਿਲਕੁਲ, ਹੁਣ ਮਤਲਬ ਵੀ ਤੁਸੀਂ ਇੱਥੋਂ ਇਹ ਅੰਦਾਜ਼ਾ ਲਾਓ ਵੀ ਅਰਦਾਸ ਕਰਨੇ ਦੇ ਉੱਤੇ ਕਿਸੇ ਨੂੰ ਕੀ ਆਬਜੈਕਸ਼ਨ ਹੋ ਸਕਦੀ ਹੈ। ਪਹਿਲਾਂ ਤੇ ਇਹਨਾਂ ਨੇ ਵੀ ਅਰਦਾਸ ਦਾ ਰੂਪ ਡੇਰੇਦਾਰਾਂ ਰਾਹੀਂ ਤੇ ਜਿਹੜੇ ਮਨਮਤੀਏ ਵੀ ਉਹਨਾਂ ਰਾਹੀਂ ਇਸ ਹਿਸਾਬ ਦਾ ਕਰ ਦਿੱਤਾ ਜੀ ਵੀ ਉਹ ਫਲਾਣੇ ਡੇਰੇ ਦੇ ਵਿੱਚ ਜਾ ਕੇ ਅਰਦਾਸ ਕਰੋ ਨਾ ਤੇ ਪੁੱਤ ਦੀ ਪ੍ਰਾਪਤੀ ਹੁੰਦੀ ਆ, ਫਲਾਣੇ ਡੇਰੇ ਦੇ ਵਿੱਚ ਜਾ ਕੇ ਅਰਦਾਸ ਕਰਦੇ ਉਹਦਾ ਵੀਜ਼ਾ ਲੱਗ ਜਾਂਦਾ। ਉਹ ਸਾਰੇ ਜਿਹੜੇ ਡਰਾਮੇ ਆ ਵੀ ਉਹਦੇ ਬਾਰੇ ਭਾਈ ਕਹਾਵਤ ਬੜੀ ਸਿੰਪਲ ਜੀ ਆ ਅੰਗਰੇਜ਼ੀ ਦੀ ਵੀ ਡੋਂਟ ਥਰੋ ਦਾ ਬੇਬੀ ਵਿਦ ਦੀ ਬਾਥ ਵਾਟਰ ਜੀ। ਜੇ ਤੁਹਾਨੂੰ ਆਬਜੈਕਸ਼ਨ ਹੈਗੀ ਆ ਤੇ ਉਹਦੀ ਚੀਜ਼ ਦੇ ਉੱਤੇ ਆਬਜੈਕਸ਼ਨ ਕਰੋ ਵੀ ਅਰਦਾਸ ਜਿਹੜੀ ਗੁਰੂ ਨੇ ਦਿੱਤੀ ਆ ਉਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਜਾ ਕੇ ਡੇਰੇਦਾਰ ਨੂੰ ਅਰਦਾਸ ਕਰਨੀ ਆ ਜਾਂ ਕਿਸੇ ਹੋਰ ਵਿਚੋਲੇ ਨੂੰ ਅਰਦਾਸ ਕਰਨੀ ਆ ਤੇ ਫਿਰ ਤੁਹਾਨੂੰ ਜਿਹੜੇ ਆ ਵੀ ਕੋਈ ਜੋ ਤੁਸੀਂ ਚਾਹੁੰਦੇ ਉਹ ਪ੍ਰਾਪਤ ਹੋ ਜਾਣਾ। ਸਿੱਖਾਂ ਦੀ ਅਰਦਾਸ ਬੜੀ ਕਲੀਅਰ ਚੀਜ਼ ਆ ਵੀ ਅਸੀਂ ਸ਼ੁਕਰਾਨੇ ਦੀ ਵੀ ਅਰਦਾਸ ਕਰੀਦੀ ਆ, ਅਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਰਦਾਸ ਕਰੀਦੀ ਆ, ਭਾਣਾ ਮੰਨਣ ਦੀ ਵੀ ਅਰਦਾਸ ਕਰਦੇ, ਭਾਣਾ ਮੰਨਣ ਦੀ ਵੀ ਅਰਦਾਸ ਕਰੀਦੀ ਆ। ਇਹਦਾ ਇਹ ਰੂਪ ਹੈਗਾ, ਇਹ ਉਸ ਹਿਸਾਬ ਨਾਲ ਪੇਸ਼ ਕਰੀ ਜਾਂਦੇ ਆ ਘੱਗਾ ਜੀ ਵੀ ਅਖੇ ਭਈ ਅਰਦਾਸ ਕਰਕੇ ਹੱਥ ਰੱਖ ਕੇ ਬੈਠੇ ਰਹਿੰਦੇ ਵੀ ਕੌਣ ਬਹਿੰਦਾ ਏਦਾਂ ਕੋ ਹੈ ਬੰਦਾ ਵੀ ਜਿਹੜਾ ਇਹ ਜਿਹੜੀ ਇਹ ਗੱਲ ਕਹੀ ਜਾਂਦੀ ਆ ਵੀ ਸਿੱਖਾਂ ਦੇ ਵਿੱਚ ਤੁਹਾਨੂੰ ਭਿਖਾਰੀ ਨਹੀਂ ਦਿਖੂਗਾ, ਉਹ ਇਸ ਮੈਂਟੈਲਿਟੀ ਦੇ ਵਿੱਚੋਂ ਆਉਂਦੀ ਹੈ ਜਿਹੜੀ ਇਹ ਡਿਸਕ੍ਰਾਈਬ ਕਰਨ ਦਾ ਹੈ। ਬਿਲਕੁਲ, ਜਿਵੇਂ ਇਹ ਕਹਿੰਦੇ ਨੇ ਵੀ ਦਿਮਾਗ ਖੋਲਤਾ ਸੀ ਹਨਾ ਵੀ ਜੇ ਤੁਸੀਂ ਆਪ ਵੀ ਤੁਸੀਂ ਦੱਸੋ ਤਾਂ ਸਹੀ ਵੀ ਕਿਹੜਾ ਬੰਦਾ ਜਿਹੜਾ ਆਪਣਾ ਪਰਿਵਾਰ ਪਾਲਣ ਖਾਤਰ ਉਹਨੂੰ ਦੁਨਿਆਵੀ ਪੜ੍ਹਾਈ ਨਹੀਂ ਦੇ ਰਿਹਾ ਹੈ ਨਾ, ਜਾਂ ਮਤਲਬ ਇਹ ਕਹਿ ਰਿਹਾ ਹੋਵੇ ਵੀ ਮੈਂ ਅਰਦਾਸ ਕਰ ਦਿੱਤੀ ਆ ਹੁਣ ਮੈਂ ਹੋਰ ਕੁਝ ਨਹੀਂ ਕਰਨਾ, ਮੈਂ ਤਾਂ ਘਰੇ ਬੈਠਾ ਹੁਣ ਕੋ ਹੈ ਇਦਾਂ ਦਾ। ਜੇ ਇਦਾਂ ਦਾ ਹੁੰਦੇ ਫਿਰ ਤੇ ਸਿੱਖਾਂ ਦੇ ਵਿੱਚ ਸਵਾਏ ਭਿਖਾਰੀਆਂ ਤੋਂ ਹੋਣਾ ਹੀ ਕੋਈ ਨਹੀਂ ਸੀ। ਸੋ ਜਿਹੜੀ ਭਿਖਾਰੀਆਂ ਦੀ ਅਣਹੋਂਦ ਆ ਘੱਗਾ ਜੀ ਉਹ ਤੁਹਾਨੂੰ ਕੀ ਗੱਲ ਇਹ ਸਾਬਤ ਨਹੀਂ ਕਰਦੀ ਵੀ ਤੁਸੀਂ ਗਲਤ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨਾ ਵੀ ਮਤਲਬ ਇਹ ਉਸੇ ਚੀਜ਼ ਦਾ ਹੀ ਹਿੱਸਾ ਨੇ
ਭਈ ਜਿਹੜਾ ਸਿੱਖ ਨੂੰ ਗੁਰੂ ਤੋਂ ਦੂਰ ਕਰਨੇ ਦੀ ਜਿਹੜੀ ਆ ਵੀ ਉਹ ਹੁਣ ਜਿਹੜਾ ਏਜੰਡਾ ਜਾਂ ਕਹਿ ਲਓ ਵੀ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ, ਉਹ ਭਾਵੇਂ ਖੱਪ ਗ੍ਰੇਡ ਨੇ, ਭਾਵੇਂ ਢੱਡਰੀਆਂ ਵਾਲਾ ਆ, ਭਾਵੇਂ ਇਹ ਘੱਗਾ ਜੀ ਆ, ਭਾਵੇਂ ਹੋਰ ਸਾਰੇ ਜਿਹੜੇ ਇਸ ਪਾਸੇ ਨੂੰ ਲੱਗੇ ਆ। ਇੱਕ ਉਹ ਜਿਹੜਾ ਹੈਗਾ ਕੈਨੇਡਾ ਵਾਲਾ ਨਵਾਂ ਕਿ ਕਹਿ ਲਓ ਵੀ ਖੋਬੁੱਠੀ ਆ, ਉਹ ਕੀ ਆ ਉਹਦਾ ਨਾਮ, ਸੰਧੂ ਕਰਕੇ ਆਹੋ। ਹੁਣ ਉਹਨੇ ਜਿੱਦਾਂ ਦੀ ਮਤਲਬ ਕਹਿ ਲਓ ਵੀ ਕਮਿਊਨਿਟੀ ਸਟੇਟਮੈਂਟ ਜਿਹੜੀ ਦਿੱਤੀ ਆ, ਉੱਥੋਂ ਸ਼ੱਕ ਜਿਹੜਾ ਆ ਉਹ ਇਹ ਪੈਦਾ ਹੁੰਦਾ ਵੀ ਜਿਹੜੇ ਨਾ ਵੀ ਫੰਡਰਗਾਂ ਤੇ ਉਹਦੇ ਵਿੱਚ ਜਿਹੜੀ ਇਹ ਇੱਕ ਤਰ੍ਹਾਂ ਦੀ ਝੜਪ ਜੀ ਡਰਾਮਾ ਕੀਤਾ ਗਿਆ, ਉਹ ਨਿਹਰਾ ਡਰਾਮਾ ਹੀ ਆ। ਉਹ ਸਿਰਫ ਇਸ ਕਰਕੇ ਕੀਤਾ ਗਿਆ ਵੀ ਨਵਾਂ ਜਿਹੜਾ ਮੁਹਾਜ਼ ਆ ਉਹ ਖੋਲਿਆ ਜਾ ਰਿਹਾ, ਨਵਾਂ ਫਰੰਟ ਖੋਲਿਆ ਜਾ ਰਿਹਾ ਸਿੱਖਾਂ ਦੇ ਅਗੇਂਸਟ ਤੇ ਗੁਰਮਤ ਦੇ ਅਗੇਂਸਟ, ਉਹਦਾ ਉਹ ਇੰਚਾਰਜ ਆ ਬੰਦਾ। ਸੋ ਤਾਂ ਕਿ ਭਈ ਇਹਦੀਆਂ ਕਰਤੂਤਾਂ ਨੂੰ ਉਹਦੇ ਬਾਰੇ ਉਹਦੇ ਕੋਲੋਂ ਨਾ ਸਵਾਲ ਕੀਤੇ ਜਾਣ ਤੇ ਉਹਦੀਆਂ ਕਰਤੂਤਾਂ ਬਾਰੇ ਇਹਦੇ ਕੋਲੇ ਨਾ ਸਵਾਲ ਕੀਤੇ ਜਾਣ। ਇਹ ਵੀ ਹੁਣ ਚਲੋ ਜਦੋਂ ਮੇਰੇ ਖਿਆਲ ਚੋਂ ਇਹਨਾਂ ਦਾ ਹੀ ਭਗਤ ਸੀਗਾ ਤੇ ਜਦੋਂ ਹੁਣ ਕੋਈ ਮਾੜਾ ਮੋਟਾ ਇਹਨਾਂ ਦਾ ਆਪਸੀ ਹੋਇਆ ਤੇ ਤਾਂ ਪਤਾ ਲੱਗਿਆ ਜਾ ਕੇ ਵੀ ਉਹ ਹੈ। ਅਦਰਵਾਈਜ਼ ਉਹ ਵੀ ਗੱਲ ਹੈਗੀ ਵੀ ਇਹਨਾਂ ਦੇ ਨਾਲ ਵੀ ਬਹੁਤੇ ਉਹੀ ਲੋਕ ਜੁੜੇ ਹੋਏ ਨੇ ਜਿਹੜੇ ਪਹਿਲਾਂ ਹੀ ਜਿਹਨਾਂ ਦਾ ਏਜੰਡਾ ਇਹ ਆ ਕਿ ਅਸੀਂ ਗੁਰੂ ਨਾਲ ਦੇ ਸਿੱਖ ਨੂੰ ਤੋੜਨਾ। ਬਿਲਕੁਲ, ਕਿਉਂਕਿ ਉਹ ਜਿੰਨੀ ਬਕਵਾਸ ਉਹਨੇ ਕੀਤੀ ਆ ਨਨਕਾਣਾ ਸਾਹਿਬ ਵਾਲੇ ਸਾਕੇ ਬਾਰੇ, ਨਿਰੀ ਝੂਠ ਆ ਟੋਟਲੀ। ਪਰ ਇਹ ਆ ਵੀ ਕਮਿਊਨਿਟੀ ਸਟੇਟਮੈਂਟ ਦੇ ਕੇ ਸਿੱਖਾਂ ਨੂੰ, ਕਿਉਂਕਿ ਹੁਣ ਨਾ ਤੱਥਾਂ ਦਾ ਪਤਾ ਆ ਬਹੁਤਿਆਂ ਨੂੰ ਤੇ ਨਾ ਇਹ ਪਤਾ ਆ ਵੀ ਕੀ ਮੁੱਦੇ ਸੀਗੇ, ਕਿੱਦਾਂ ਹੈਂਡਲ ਕੀਤੇ ਗਏ ਤੇ ਜਿਹੜੇ ਅੰਗਰੇਜ਼ ਹਾਕਮ ਸੀਗੇ ਉਹਨਾਂ ਦਾ ਇਹਦੇ ਬਾਰੇ ਕੀ ਵਿਚਾਰ ਸੀਗਾ। ਤੇ ਉਹ ਇੱਕ ਜਿਹੜਾ ਕਮੀਨਾ ਬੰਦਾ ਕਮਿਊਨਿਟੀ ਸਟੇਟਮੈਂਟ ਦੇ ਰਿਹਾ ਆ ਸਿੱਖਾਂ ਪ੍ਰਤੀ ਦੁਸ਼ਮਣੀ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹਾਂ ਜੀ ਖੱਪ ਗ੍ਰੇਡ ਵਾਂਗ ਵੀ ਮੈਂ ਤੇ ਜੀ ਬਹੁਤ ਸਿਆਣਾ ਹੈ। ਸੋ ਉਹ ਸਾਰਾ ਕੁਝ ਜਿਹੜਾ ਆ ਉਹ ਟੋਟਲ ਪ੍ਰੋਜੈਕਟ ਭਾਵੇਂ ਉਹ ਸਟੇਟਮੈਂਟ ਆ ਉਹ ਸਾਰਾ ਕੁਝ। ਇੱਥੇ ਇੱਕ ਗੱਲ ਜਿਹੜੀ ਵਿਸ਼ੇਸ਼ ਤੌਰ ਤੇ ਵਿਚਾਰਨੇ ਵਾਲੀ ਉਹ ਇਹ ਹੈ ਕਿ ਜਦੋਂ ਤੁਸੀਂ ਗੱਲ ਸਹੀ ਕਹੀ ਹੈ ਵੀ ਇਹਨਾਂ ਕਈ ਵਾਰੀ ਤਾਂ ਪਖੰਡ ਵਾਕਈ ਸਾਡੇ ਡੇਰੇ ਰਾਹੀਂ ਉਹਨਾਂ ਰਾਹੀਂ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ, ਆਪਾਂ ਇਹ ਤੋਂ ਇਨਕਾਰ ਨਹੀਂ ਹੈਗੇ ਕਿ ਉਹ ਬਹੁਤ ਸਾਰੇ ਜਿਹੜੇ ਪਖੰਡ ਵਹਿਮ ਭਰਮ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ ਉਹ ਸਾਡੇ ਦੇ ਵਿੱਚ ਕਿਤੇ ਨਾ ਕਿਤੇ ਗਾਹੇ ਬਗਾਹੇ ਆ ਗਏ। ਪਰ ਉਹਦਾ ਮਤਲਬ ਇਹ ਨਹੀਂ ਕਿ ਉਹ 100% ਸਾਰੀ ਕੌਮ ਦੇ ਵਿੱਚ ਆ ਗਏ। ਉਹ ਅਨਪੜ੍ਹਤਾ ਉਹਦਾ ਕਾਰਨ ਹੈ, ਗਰੀਬੀ ਉਹਦਾ ਕਾਰਨ ਹੈ, ਜਾਂ ਤੁਸੀਂ ਬਹੁਤ ਸਾਰੇ ਉਹਦੇ ਜਿਹੜੇ ਪਹਿਲੂ ਨੇ ਜਦੋਂ ਤੁਸੀਂ ਉੱਥੇ ਜਾ ਕੇ ਦੇਖੋਗੇ, ਮਾਨਸਿਕ ਤਣਾਅ ਉਹਦਾ ਕਾਰਨ ਹੈ ਕਿਉਂਕਿ ਉੱਥੇ ਕੋਈ ਇਦਾਂ ਦੇ ਹੈ ਨਹੀਂ ਸਿਸਟਮ ਜਿੱਥੇ ਜਾ ਕੇ ਕੋਈ ਬੰਦੇ ਨੂੰ ਕੋਈ ਮਾਨਸਿਕ ਕਿਸੇ ਬਿਮਾਰੀ ਦਾ ਹੈ ਨਾ ਉਹ ਜਾ ਕੇ ਸਿੱਧਾ ਡੇਰਿਆਂ ਨਾਲ ਜੁੜ ਜਾਂਦਾ, ਫਿਰ ਉਹ ਡੇਰੇ ਵਾਲੇ ਨੂੰ ਆਪਣੇ ਤਰੀਕੇ ਦੇ ਨਾਲ ਘਮਾਈ ਫਿਰਦੇ ਨੇ। ਉਹਦੇ ਬਹੁਤ ਸਾਰੇ ਪਹਿਲੂ ਨੇ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਿੱਖੀ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੰਦੀ ਹੈ। ਠੀਕ ਹੈ, ਉਹ ਬੜੀ ਥੋੜੀ ਪਰਸੈਂਟੇਜ ਉਹ ਲੋਕ ਹੈ। ਹੁਣ ਉਹਨਾਂ ਨੂੰ ਭੰਡ ਕੇ, ਠੀਕ ਹੈ ਗੱਲ, ਉਹਨਾਂ ਨੂੰ ਤੁਸੀਂ ਸਿੱਧੇ ਰਾਹ ਭੰਡਣਾ ਵੀ ਕੋਈ ਤਰੀਕਾ ਨਹੀਂ, ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਲਿਆਉਣ ਖਾਤਰ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ, ਬਿਲਕੁਲ ਕਰੋ, ਤੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ। ਪਰ ਉਹ ਕਰਦੇ ਇਹ ਸਫ਼ਰ ਤੁਸੀਂ ਕਦੋਂ ਤੈਅ ਕਰ ਗਏ ਕਿ ਤੁਹਾਨੂੰ ਗੁਰੂ ਸਾਹਿਬ ਦੇ ਵਿੱਚ ਖਾਮੀਆਂ ਨਜ਼ਰ ਆਉਣ, ਫਿਰ ਤੁਸੀਂ ਕਹੋ ਇਹ ਕਿ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਾਂ। ਮੇਨ ਨੁਕਤਾ ਇਹ ਆ ਭਈ ਜੇ ਕੋਈ ਸਿੱਖੀ ਸਰੂਪ ਦੇ ਵਿੱਚ, ਸਿੱਖ ਦੇ ਰੂਪ ਦੇ ਵਿੱਚ ਵਿਚਰਦਾ ਹੋਇਆ ਜੀ ਕੋਈ ਗੈਰ ਸਿੱਖੀ ਮਨਮਤੀ ਗੱਲਾਂ ਕਰਦਾ ਆ ਜੀ, ਉਹਦਾ ਬਹਾਨਾ ਲਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿੱਖੀ ਇਦਾਂ ਕਹਿੰਦੀ ਹੈ। ਤੇ ਜੇ ਤੁਸੀਂ ਇਹ ਫਰਕ ਨਹੀਂ ਕਰ ਰਹੇ ਤੇ ਤੁਸੀਂ ਬੇਈਮਾਨ ਆ ਭਾਈ। ਹਾਂ ਬਿਲਕੁਲ, ਤੁਹਾਡਾ ਏਜੰਡਾ ਜਿਹੜਾ ਆ ਉਹ ਸਿੱਖੀ ਨੂੰ ਢਾਹ ਲਾਉਣੇ ਦਾ ਆ। ਤੇ ਇਹ ਘੱਗਾ ਜੀ ਵੀ ਤੁਸੀਂ ਵੀ ਇਹ ਚੰਗੀ ਤਰ੍ਹਾਂ ਜਾਣ ਲਓ ਭਈ ਜੇ ਤੁਸੀਂ ਇਹ ਕਹਿੰਦੇ ਨਾ ਭਈ ਜਿਹੜੇ ਬੰਦੇ ਜਾ ਕੇ ਡੇਰਿਆਂ 'ਚ ਅਰਦਾਸਾਂ ਕਰਦੇ ਆ ਤੇ ਇਸ ਆਸ ਦੇ ਵਿੱਚ ਵੀ ਮੇਰੀ ਅਰਦਾਸ ਕਰਕੇ ਪੁੱਤ ਦੀ ਪ੍ਰਾਪਤੀ ਹੋ ਜੂ, ਜਾਂ ਮੇਰੀ ਅਰਦਾਸ ਕਰਕੇ ਵੀ ਜਿਹੜੇ ਐਗਜ਼ਾਮ ਆ ਵੀ ਇਮਤਿਹਾਨ ਉਹਨਾਂ 'ਚ ਪਾਸ ਹੋ ਜੂਗਾ, ਜਾਂ ਮੇਰਾ ਵੀਜ਼ਾ ਲੱਗ ਜੂਗਾ, ਉਹਨਾਂ ਬਾਰੇ ਗੱਲ ਤੁਸੀਂ ਕਹੋ ਜੋ ਕਹਿਣੀ ਆ। ਜੇ ਤੁਸੀਂ ਇਹਨੂੰ ਏਦਾਂ ਪੇਸ਼ ਕਰ ਰਹੇ ਆ ਵੀ ਸਿੱਖੀ ਦੇ ਵਿੱਚ ਅਰਦਾਸ ਜਿਹੜੀ ਏਦਾਂ ਕੀਤੀ ਜਾਂਦੀ ਆ ਤੇ ਤੁਸੀਂ ਬੇਈਮਾਨ ਆ। ਤੁਹਾਡੀ ਬੇਈਮਾਨੀ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਆ ਜੀ। ਉਹ ਜਿਹੜੀ ਚੀਜ਼ ਆ ਵੀ ਉਹਦੇ ਕਰਕੇ ਇਹ ਹਰੇਕ ਜਿਹੜਾ ਸਰੋਤਾ ਸੁਣਨੇ ਵਾਲਾ ਉਹ ਇਹ ਧਿਆਨ ਰੱਖੇ ਭਈ ਸਿੱਖਾਂ ਦੇ ਵਿੱਚ ਕਮੀਆਂ ਹੋ ਸਕਦੀਆਂ ਔਰ ਉਹ ਜਿਹੜੀਆਂ ਕਮੀਆਂ ਆ ਉਹ ਸਿੱਖਾਂ ਨੂੰ ਸਿੱਖੀ ਤੋਂ ਦੂਰ ਲੈ ਕੇ ਜਾਂਦੀਆਂ। ਜਿੰਨੀਆਂ ਜ਼ਿਆਦੀਆਂ ਕਮੀਆਂ ਉਹਨਾਂ ਉਹ ਘੱਟ ਸਿੱਖਿਆ, ਉਹਨਾਂ ਉਹ ਗੁਰੂ ਤੋਂ ਦੂਰ ਆ, ਤੇ ਜਿਹਦੇ ਵਿੱਚ ਜਿੰਨੀਆਂ ਘੱਟ ਕਮੀਆਂ ਉਹਨਾਂ ਉਹ ਗੁਰੂ ਦੇ ਨੇੜੇ ਆ। ਤੇ ਤੁਸੀਂ ਜਿਹੜਾ ਕੰਮ ਕਰ ਰਹੇ ਤੁਸੀਂ ਤਾਂ ਪੂਰੀ ਖਾਈ ਪੱਟ ਰਹੇ ਆ ਗੁਰੂ ਤੇ ਸਿੱਖ ਦੇ ਵਿਚਕਾਰ, ਸਿੱਖ ਤੇ ਗੁਰੂ ਦੇ ਵਿੱਚ। ਉਹ ਤੇ ਇਸ ਹਿਸਾਬ ਦੇ ਨਾਲ ਕਨਫਿਊਜ਼ ਕੀਤਾ ਜਾ ਰਿਹਾ ਭਈ ਅਰਦਾਸ ਦੀ ਲੋੜ ਹੀ ਕੋਈ ਨਹੀਂ, ਅਰਦਾਸ ਨੂੰ ਬਿਲਕੁਲ ਖਤਮ ਕਰ ਦਿਓ। ਜਦ ਕਿ ਮਤਲਬ ਜਿਹੜੇ ਆਪਾਂ ਕਹਿੰਦੇ ਆ ਨਾ ਵੀ ਸਿੱਖੀ ਦੇ ਪਿੱਲਰ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਦਾ ਮਹੱਲ ਖੜਾ ਆ, ਅਰਦਾਸ ਉਹਨਾਂ ਚੋਂ ਇੱਕ ਆ, ਬੁਨਿਆਦ ਸਾਡੀ ਵੀ ਕਕਾਰ ਇੱਕ ਨੇ। ਉਹ ਹਰੇਕ ਚੀਜ਼ ਦੇ ਉੱਤੇ ਵੀ ਉਹ ਅਗਲੇ ਜਿਹੜੇ ਆ ਵੀ ਇਸ ਹਿਸਾਬ ਨਾਲ ਹਮਲਾ ਕਰ ਰਹੇ ਆ ਵੀ ਕਿਸੇ ਦੀ ਜ਼ਹਿਨੀਅਤ ਦੇ ਵਿੱਚੋਂ ਇੱਕ ਵੀ ਪਿੱਲਰ ਟੁੱਟ ਗਿਆ ਤੇ ਉਹਦਾ ਜਿਹੜਾ ਸਿੱਖੀ ਪ੍ਰਤੀ ਵਿਸ਼ਵਾਸ ਆ ਉਹ ਡਾਵਾਡੋਲ ਹੋ ਜਾਣਾ ਜੀ। ਬਿਲਕੁਲ, ਤੇ ਨਾਲੇ ਇਹ ਵੀ ਨਹੀਂ ਗੱਲ ਹੈਗੀ ਵੀ ਇਹਨਾਂ ਨੂੰ ਖੱਪ ਗਰੇਡਾਂ ਨੂੰ ਇਹ ਗੱਲਾਂ ਪਤਾ ਨਹੀਂ। ਇਹ ਗੱਲਾਂ ਉਦੋਂ ਹੁੰਦੀਆਂ ਰਹੀਆਂ ਕਿ ਸਾਨੂੰ ਅੱਜ ਸਭ ਤੋਂ ਵੱਧ ਜਿਹੜੀ ਲੋੜ ਆ ਉਹ ਸਾਨੂੰ ਆਪਣੀ ਹੋਂਦ ਬਚਾਉਣ ਦੀ ਆ। ਸਾਡੀ ਤਾਂ ਹੋਂਦ ਦਾਅ ਤੇ ਲੱਗੀ ਆ, ਤੇ ਤੁਸੀਂ ਜਿਹੜੀਆਂ ਕਾਰਵਾਈਆਂ ਕਰ ਰਹੇ ਹੋ ਉਹ ਸਾਡੀ ਜਿਹੜੀ ਹੋਂਦ ਆ ਉਹਨੂੰ ਮਿਟਾਉਣ ਦੇ ਵੇਲੇ ਕਰ ਰਹੇ ਤੇ ਕਿਵੇਂ ਨਾ ਤੁਹਾਨੂੰ ਕਹੀਏ ਅਸੀਂ। ਤੇ ਤੁਹਾਡੀਆਂ ਜਿਹੜੀਆਂ ਕਰਤੂਤਾਂ ਉਹ ਸਿੱਧ ਕਰਦੀਆਂ ਇਹ ਗੱਲ ਦੀ ਤੁਸੀਂ ਤਕਲੀਫ ਮੰਨੋ ਤਾਂ 100 ਵਾਰੀ ਮੰਨੋ ਤੁਸੀਂ। ਹਾਂ, ਦੂਜੀ ਗੱਲ ਵਿਚਾਰਾਂ ਪ੍ਰਤੀ ਬੰਦਾ ਸੁਤੰਤਰ, ਆਪਣਿਆਂ ਦੇ ਪ੍ਰਤੀ ਤੁਸੀਂ ਜੋ ਮਰਜ਼ੀ ਜਿਹੜੀ ਗੱਲ ਆ ਉਹ ਕਰ ਸਕਦੇ ਹੋ, ਪਰ ਉਹਨੂੰ ਤੁਸੀਂ ਸਿੱਖੀ ਦੇ ਨਾਂ ਦੇ ਉੱਤੇ ਠੋਸ ਕੇ ਨਾ ਕਰੋ।
ਠੀਕ ਹੈ ਗੱਲ। ਫਿਰ ਤੁਸੀਂ ਇਹ ਨਾ ਸਮਝੋ ਕਿ ਮੈਂ 45 ਸਾਲ ਦੇ ਇਦਾਂ ਕਰ ਲਿਆ, ਮੈਂ ਉਹ ਕਰ ਲਿਆ, ਹਨਾ। ਹੁਣ 45 ਸਾਲ 'ਚ ਤੂੰ ਆ ਕੱਢਿਆ ਜਿਹੜਾ ਕਿ ਕਿਸੇ ਨਿਆਣੇ ਨੂੰ ਵੀ ਕਨਵਿੰਸ ਨਹੀਂ ਕਰ ਸਕਦਾ, ਤੇ ਤੂੰ ਦੋ ਜਿਹੜੇ ਇੰਡੀਪੈਂਡੈਂਟ ਵੱਖੋ ਵੱਖਰੇ ਸ਼ਬਦ ਆ ਤੂੰ ਉਹਨੂੰ ਰਲ ਗੱਡ ਕਰੀ ਜਾ ਰਹੇ ਹੈ ਨਾ, ਕਸਮ ਨੂੰ ਤੇ ਅਰਦਾਸ ਨੂੰ, ਤੇ ਉੱਪਰੋਂ ਹੈ ਨਾ ਉਹਦੇ 'ਚ ਜਾਵੇ ਤੇਰੀ ਇਹੋ ਜਿਹੀ ਵਿਦਵਤਾ। ਬਿਲਕੁਲ ਬਿਲਕੁਲ। ਤੇ ਸੋ ਇਸ ਕਰਕੇ ਆਪਾਂ ਇਹਨੂੰ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸੰਕੋਚਦੇ ਹਾਂ ਜੀ, ਕਿ ਸਾਡੀ ਜਿਹੜੀ ਕੌਮ ਦੇ ਵਿੱਚ ਜਿਹੜੇ ਖਾਸ ਕਰਕੇ ਸਾਡੇ ਰੂਪ ਦੇ ਵਿੱਚ ਆ ਕੇ, ਕਿਉਂਕਿ ਪੈਮਾਨਾ ਸਾਡਾ ਇੱਕੋ ਹੋਣਾ ਚਾਹੀਦਾ ਕਿ ਸਿੱਖ ਦਾ ਜਿਹੜਾ ਸਿੱਧਾ ਸੰਬੰਧ ਹੈ ਉਹ ਗੁਰੂ ਨਾਲ ਹੈ, ਠੀਕ ਹੈ। ਤੇ ਗੁਰੂ ਨੇ ਸਾਨੂੰ ਜੋ ਰੱਬ ਬਾਰੇ, ਜੋ ਉਹਦੀ ਹੋਂਦ ਬਾਰੇ, ਕੁਦਰਤ ਬਾਰੇ ਦੱਸਿਆ, ਜਦੋਂ ਸਾਡਾ ਉਹਦੇ ਉੱਤੇ ਸਾਡੀ ਟੇਕ ਹੈ, ਠੀਕ ਹੈ। ਜੇ ਇਹਦੇ ਵਿਚਕਾਰ ਆ ਕੇ ਕੋਈ ਬੰਦਾ ਗੁਰੂ ਦੇ ਇਹਦੇ ਵਿਚਕਾਰ ਕੋਈ ਬੰਦਾ ਆ ਕੇ ਖਾਈ ਪੜਦਾ ਤਾਂ ਸਾਨੂੰ ਜ਼ਰੂਰ ਸੁਚੇਤ ਉਹ ਤੋਂ ਹੋਣਾ ਚਾਹੀਦਾ, ਚਾਹੇ ਉਹ ਕੋਈ ਵੀ ਹੋਵੇ, ਜਿਹੜਾ ਮਰਜ਼ੀ ਹੋਵੇ, ਠੀਕ ਹੈ। ਤੇ ਜਿਹੜਾ ਬੰਦਾ ਗੁਰੂ ਦੇ ਵਿਚਕਾਰ, ਜਿਹੜਾ ਗੁਰੂ ਤੇ ਸਿੱਖ ਦੇ ਵਿਚਕਾਰ ਵਿੱਥ ਪਾ ਰਿਹਾ, ਉਹ ਸਿੱਖੀ ਦਾ ਜਿਹੜਾ ਉਹ ਸਕਾ ਨਹੀਂ ਹੋ ਸਕਦਾ, ਖੈਰ ਖਵਾਹ ਨਹੀਂ ਹੋ ਸਕਦਾ, ਉਹ ਸਿੱਖੀ ਦਾ ਦੁਸ਼ਮਣ ਅੱਜ ਨਹੀਂ ਤਾਂ ਕੱਲ ਉਹ ਸਿੱਧ ਹੋ ਜਾਣਾ। ਬਿਲਕੁਲ ਬਿਲਕੁਲ। ਸੋ ਇੱਥੇ ਹੀ ਆਪਾਂ ਅੱਜ ਦੀ ਜਿਹੜੀਆਂ ਵਿਚਾਰਾਂ ਇਹਨਾਂ ਦੀ ਸਮਾਪਤੀ ਕਰਦੇ ਹਾਂ ਜੀ। ਬੋਲਦਿਆਂ ਕੋਲੋਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਸੋ ਅਸੀਂ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ। ਸੋ ਇੱਥੇ ਹੀ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।